ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਕਿਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ Ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋ ਕਰਨੈਲ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਇੰਡੀਆ ਤੇ ਕੈਨੇਡਾ ਦੇ ਵਿੱਚ ਚੱਲ ਰਿਹਾ ਹੈਗਾ ਆ, ਉਹਨੂੰ ਲੈ ਕੇ ਆਪਾਂ ਕੱਲ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ। ਨਾਲ ਦੀ ਨਾਲ ਸੈਕਰਾਮੈਂਟੋ ਵੀ ਕੈਲੀਫੋਰਨੀਆ ਦਾ ਇੱਕ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਨੇ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਕੈਨੇਡਾ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਇੰਡੀਅਨ ਏਜੰਸੀਜ਼ ਆ ਉਹ ਸਿੱਖ ਐਕਟਿਵਿਸਟ ਨੂੰ ਡਰਾ ਰਹੀਆਂ, ਗੁਰੂ ਘਰਾਂ ਦੇ ਵਿੱਚ ਜਾ ਕੇ ਗ੍ਰੰਥੀ ਸਿੰਘਾਂ ਨੂੰ ਡਰਾ ਰਹੀਆਂ ਹੈਗੀਆਂ। ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੀ ਕੀ ਸਟੇਟਮੈਂਟ ਹੈ, ਸਾਰਾ ਕੁਝ ਆਪਾਂ ਤੁਹਾਡੇ ਨਾਲ ਅੱਜ ਡਿਸਕਸ ਕਰਾਂਗੇ। ਕੈਨੇਡਾ ਨੇ ਆਪਣੇ 41 ਦੇ ਕਰੀਬ ਡਿਪਲੋਮੈਟਸ ਨੂੰ ਇੰਡੀਆ ਤੋਂ ਬੁਲਾ ਰਿਹਾ ਹੈਗਾ, ਕਿਉਂਕਿ ਇੰਡੀਆ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਉਹਨਾਂ ਦੀ ਜਿਹੜੀ ਇਮਿਊਨਿਟੀ ਹੁੰਦੀ ਆ ਉਹ ਕੈਂਸਲ ਕਰਨ ਜਾ ਰਹੇ ਆ ਜੇ ਉਹ ਮੂਵ ਨਹੀਂ ਹੁੰਦੇ ਹੈਗੇ। ਸੋ ਟੋਟਲ 62 ਦੇ ਕਰੀਬ ਡਿਪਲੋਮੈਟਸ ਕੈਨੇਡਾ ਦੇ ਇੰਡੀਆ ਵਿੱਚ ਸੀਗੇ, ਜਿਨ੍ਹਾਂ ਚੋਂ 41 ਨੂੰ ਪਲੱਸ ਉਹਨਾਂ ਦੇ ਜਿਹੜੇ ਸਪਾਊਜ਼ਸ ਆ 41 ਦੇ ਕਰੀਬ ਉਹ ਆ, ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਹੈਗਾ। ਜਸਟਿਨ ਟਰੂਡੋ ਨੇ ਜਦੋਂ ਕਲੇਮ ਕੀਤਾ ਸੀ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ, ਤਦ ਤੋਂ ਹੀ ਇਹ ਜਿਹੜਾ ਇਸ਼ੂ ਚੱਲ ਰਿਹਾ ਹੈ। ਇੰਡੀਆ ਵਾਲਿਆਂ ਨੇ ਸਾਰਿਆਂ ਦਾ ਵੀਜ਼ਾ ਸਰਵਿਸ ਸਸਪੈਂਡ ਕੀਤਾ ਹੋਇਆ ਹੈਗਾ, ਕੈਨੇਡਾ ਤੋਂ ਨਵੇਂ ਵੀਜ਼ਾ ਨਹੀਂ ਦੇ ਰਹੇ ਹੈਗੇ ਤੇ ਉੱਥੇ ਲੋਕ ਜਿਹੜੇ ਆ ਕਾਫੀ ਤੰਗ ਹੋ ਰਹੇ। ਪਰ ਦੂਸਰੇ ਪਾਸੇ ਕੈਨੇਡਾ ਨੇ ਇੰਡੀਆ ਦੇ ਵਿੱਚ ਇਦਾਂ ਦਾ ਕੁਝ ਨਹੀਂ ਕੀਤਾ। ਉਹ ਕਹਿੰਦੇ ਵੀ ਹਜੇ ਵੀ ਸਟਿਲ ਆਪਾਂ ਕੋਸ਼ਿਸ਼ ਕਰਾਂਗੇ ਜਿੰਨੀ ਸਰਵਿਸ ਕਰ ਸਕਦੇ ਹਾਂ, ਪਰ ਜੇ 2/3 ਡਿਪਲੋਮੈਟ ਵਾਪਸ ਆ ਗਏ ਆ ਉੱਥੋਂ ਤੇ ਉਹਨਾਂ ਦੀ ਜਿਹੜੀਆਂ ਸਰਵਿਸਿਜ਼ ਆ ਉਹ ਬਹੁਤ ਡਿਲੇ ਚੱਲਣਗੀਆਂ। ਕੈਨੇਡੀਅਨ ਫੋਰਨ ਮਿਨਿਸਟਰ ਮਿਲੈਨੀ ਜੋਲੀ ਨੇ ਇਹ ਕਿਹਾ ਆ ਵੀ ਜੋ 41 ਡਿਪਲੋਮੈਟਸ ਦਾ ਵਿਡਰਾਲ ਹੋਇਆ ਆ ਇਹ ਇੱਕ ਤਰ੍ਹਾਂ ਨਾਲ ਅਨਰੀਜ਼ਨੇਬਲ ਹੈਗਾ। ਕਹਿੰਦੇ ਵੀ ਕੈਨੇਡੀਅਨ ਤੇ ਸਾਡੇ ਜਿਹੜੇ ਡਿਪਲੋਮੈਟਸ ਆ ਉਹ ਸਾਡਾ ਟੌਪ ਕੰਸਰਨ ਹੈਗਾ ਆ, ਕਿਉਂਕਿ ਇੰਡੀਆ ਦਾ ਜੋ ਐਕਸ਼ਨ ਸੀਗਾ ਉਹ ਕਹਿੰਦੇ ਆਪਣੇ ਡਿਪਲੋਮੈਟਸ ਦੀ ਸੇਫਟੀ ਦਾ ਇੱਕ ਬਹੁਤ ਵੱਡਾ ਕੰਸਰਨ ਸੀਗਾ। ਉਹਨਾਂ ਨੇ ਕਿਹਾ ਵੀ ਜੋ ਸਿਰਫ 21 ਡਿਪਲੋਮੈਟਸ ਉਸ ਮੁਲਕ ਦੇ ਵਿੱਚ ਇੰਡੀਆ ਦੇ ਵਿੱਚ ਇਸ ਟਾਈਮ ਰਹਿ ਗਏ ਹੈਗੇ ਆ। ਜੀ ਬਿਲਕੁਲ। ਉਧਰ ਜਿਹੜਾ ਆਸਟ੍ਰੇਲੀਆ ਦੀ ਇੰਟੈਲੀਜੈਂਸ ਦਾ ਚੀਫ ਜਿਹੜਾ ਆ, ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ ASIO, ਮਾਈਕ ਬਰਗਸ, ਉਹਨਾਂ ਨੇ ਕੱਲ ਦਿੱਤੀ ਹੈ ਕਿ ਉੱਥੇ ਦੀ ਆਸਟ੍ਰੇਲੀਆ ਦੀ ABC ਨਿਊਜ਼ ਦੀ ਇੰਟਰਵਿਊ ਦੇ ਵਿੱਚ ਇਹ ਚੀਜ਼ ਨੂੰ ਕਿਹਾ, ਕਹਿੰਦੇ ਵੀ ਸਾਡੇ ਕੋਲ ਕੋਈ ਅਜਿਹਾ ਰੀਜ਼ਨ ਨਹੀਂ ਆ ਵੀ ਜੋ ਕੈਨੇਡਾ ਕਹਿ ਰਿਹਾ ਆ ਵੀ ਉਸ ਨੂੰ ਅਸੀਂ ਡਿਸਪਿਊਟ ਕਰੀਏ ਵੀ ਜਾਂ ਉਹਨੂੰ ਹੋਰ ਢੰਗ ਦੇ ਨਾਲ ਜਿਹੜਾ ਉਹ ਦੇਖੀਏ। ਕਹਿੰਦੇ ਵੀ ਜਿਹੜੀਆਂ ਐਲੀਗੇਸ਼ਨਸ ਆ ਇਹ ਬਹੁਤ ਹੀ ਸੀਰੀਅਸ ਕਾਈਂਡਸ ਆ। ਇਹ ਜਿਹੜੇ ਆਸਟ੍ਰੇਲੀਆ ਦੇ ਜਿਹੜੇ ਸਪਾਈ ਚੀਫ ਨੇ, ਇਹ ਕਹਿ ਲਓ ਵੀ ਖੂਫੀਆ ਏਜੰਸੀ ਦੇ ਮੁਖੀ ਨੇ, ਇਹ 5 ਆਈਜ਼ ਕੰਟਰੀਜ਼ ਦੇ ਵਿੱਚੋਂ ਆਸਟ੍ਰੇਲੀਆ ਦੀ ਨੁਮਾਇੰਦਗੀ ਇੱਕ ਹਿਸਾਬ ਦੇ ਨਾਲ ਉੱਥੇ ਕਰ ਰਹੇ ਨੇ। ਪਿਛਲੇ ਮਹੀਨੇ 18 ਤਰੀਕ ਨੂੰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਨਾਂ ਨੇ ਜਿਹੜਾ ਹਾਊਸ ਆਫ ਪਾਰਲੀਮੈਂਟ ਆ ਉਸ ਦਾ ਜਿਹੜਾ ਹੇਠਲਾ ਸਦਨ ਆ ਉਸ ਵਿੱਚ ਇਹ ਖੜ ਕੇ ਬਿਆਨ ਦਿੱਤਾ ਸੀਗਾ ਵੀ ਉਹਨਾਂ ਦੇ ਕੋਲ ਕ੍ਰੈਡੀਬਲ ਐਲੀਗੇਸ਼ਨ ਨੇ ਭਾਰਤੀ ਸਰਕਾਰ ਦੇ ਏਜੰਟਸ ਦਾ ਤੇ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਲੀਡਰ ਆ ਹਰਦੀਪ ਸਿੰਘ ਨਿੱਜਰ, ਉਹਨਾਂ ਦਾ ਕਤਲ ਜਿਹੜਾ ਉਹ ਕਰਾਉਣ ਨੂੰ ਲੈ ਕੇ ਉਹਨਾਂ ਦੇ ਕੋਲ ਇੱਕ ਅਜਿਹੀ ਕ੍ਰੈਡੀਬਲ ਐਵੀਡੈਂਸ ਜਿਹੜਾ ਉਹ ਹੈਗਾ ਆ। ਸੋ ਹੁਣ ਆਸਟ੍ਰੇਲੀਆ ਦੇ ਇੰਟੈਲੀਜੈਂਸ ਚੀਫ ਨੇ ਵੀ ਉਸ ਗੱਲ ਦੇ ਉੱਤੇ ਇੱਕ ਵਾਰੀ ਫੇਰ ਪੁਸ਼ਟੀ ਜਿਹੜੀ ਆ ਉਹ ਕੀਤੀ ਆ। ਕਹਿੰਦੇ ਵੀ ਸਾਡੇ ਕੋਲ ਅਜਿਹਾ ਕੋਈ ਕਾਰਨ ਨਹੀਂ ਆ ਵੀ ਅਸੀਂ ਉਹਨਾਂ ਦੀ ਇਸ ਐਲੀਗੇਸ਼ਨ ਨੂੰ ਡਿਸਪਿਊਟ ਕਰੀਏ। ਸੋ ਲੱਗਦਾ ਆ ਵੀ ਇਹਨਾਂ ਨੇ ਵੀ 5 ਆਈਜ਼ ਦੇ ਵਿੱਚ ਉਹ ਇੰਟੈਲੀਜੈਂਸ ਜਿਹੜੀ ਆ ਉਹ ਦੇਖੀ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਐਲੀਗੇਸ਼ਨ ਕੋਈ ਮੁਲਕ ਲਾਉਂਦਾ ਆ
ਖਾਸ ਕਰਕੇ ਜਦੋਂ ਉਹਨਾਂ ਦੇ ਮੁਲਕ ਦੇ ਵਿੱਚ ਉਹਨਾਂ ਦੇ ਨਾਗਰਿਕ ਦੀ ਹੱਤਿਆ ਕੀਤੀ ਜਾਂਦੀ ਹੈ, ਐਗਜ਼ੀਕਿਊਸ਼ਨ ਕੀਤੀ ਜਾਂਦੀ ਆ, ਉਹ ਬਹੁਤ ਹੀ ਸੀਰੀਅਸ ਐਲੀਗੇਸ਼ਨ ਹੁੰਦਾ ਆ। ਤੇ ਇਹ ਕੋਈ ਅਜਾਏ ਕੋਈ ਸੁੱਤਾ ਉੱਠ ਕੇ ਜਿਹੜਾ ਆ ਕੇ ਨਹੀਂ ਕਰ ਦਿੰਦਾ। ਜਿਹੜੇ ਕੋਈ ਨੇਸ਼ਨਸ ਆ ਉਹ ਇਦਾਂ ਨਹੀਂ ਜਿਹੜੇ ਉਹ ਕਰ ਦਿੰਦੇ। ਕੱਲ ਆਈ ਥਿੰਕ ਜਿਹੜੀ ਕੈਨੇਡਾ ਦੀ ਇੱਕ ਲੋਕਲ ਜਿਹੜੀ ਅਖਬਾਰ ਆ, ਵੱਡੀ ਅਖਬਾਰ, ਉਹਨਾਂ ਨੇ ਓਪੀਨੀਅਨ ਆਰਟੀਕਲ ਦੇ ਵਿੱਚ ਵੀ ਇਹੀ ਛਾਪਿਆ ਸੀਗਾ। ਕਹਿੰਦੇ ਵੀ ਜਿਹੜਾ ਟ੍ਰੇਡ ਦਾ ਮਾੜਾ ਮੋਟਾ ਆ ਨੁਕਸਾਨ ਜਿਹੜਾ ਹੋਣਾ ਆ, ਉਹ ਕੈਨੇਡਾ ਆ ਉਹ ਝੱਲਣ ਨੂੰ ਤਿਆਰ ਆ। ਤੇ ਉਹ ਇੱਕ ਬਹੁਤ ਛੋਟਾ ਪ੍ਰਾਈਸ ਆ ਜਿਹੜੀ ਆਪਣੀ ਸੋਵਰਨਿਟੀ, ਜਿਸ ਨੂੰ ਪ੍ਰਭੂ ਸੱਤਾ ਆਖਿਆ ਜਾਂਦਾ ਆ, ਉਸ ਨੂੰ ਗਵਾਉਣ ਤੋਂ ਉਹ ਗਵਾਉਣ ਦਾ ਹੋਵੇ। ਤੇ ਜੇ ਪ੍ਰਭੂ ਸੱਤਾ ਹੋਵੇ ਤਾਂ ਕਹਿੰਦੇ ਪ੍ਰਭੂ ਸੱਤਾ ਜ਼ਰੂਰੀ ਆ। ਟ੍ਰੇਡ ਜਿਹੜਾ ਜੇ ਗਵਾਚਦਾ ਹੈ ਤਾਂ ਉਹ ਗਵਾਚਣ ਨੂੰ ਕੋਈ ਚੱਕਰ ਨਹੀਂ ਹੈਗਾ। ਉਹਨਾਂ ਨੂੰ ਇਹ ਪੁੱਛਿਆ ਗਿਆ ਆਸਟ੍ਰੇਲੀਆ ਦੇ ਜਿਹੜੇ ਇੰਟੈਲੀਜੈਂਸ ਚੀਫ ਨੂੰ ਵੀ ਕਿ ਆਸਟ੍ਰੇਲੀਆ ਦੇ ਸਿੱਖਾਂ ਨੂੰ ਅਗਲਾ ਟਾਰਗੇਟ ਬਣਾਇਆ ਜਾ ਸਕਦਾ ਆ ਇੰਡੀਅਨ ਏਜੰਟਸ ਦੇ ਜਿਹੜਾ ਉਹ ਦੁਆਰਾ। ਉਹਨਾਂ ਨੇ ਕਿਹਾ ਵੀ ਸਾਡਾ ਕੰਮ ਇਹੀ ਆ, ਫਰਜ਼ ਇਹੀ ਆ ਵੀ ਜੇ ਕੋਈ ਐਸਪੀਨਾਜ ਜਾਂ ਫੋਰਨ ਇੰਟਰਫੇਰੈਂਸ ਹੋ ਰਹੀ ਆ ਉਸ ਦੇ ਉੱਤੇ ਨਜ਼ਰ ਰੱਖਣੀ ਤੇ ਉਸ ਨੂੰ ਇਫੈਕਟਿਵਲੀ ਡੀਲ ਜਿਹੜਾ ਆ ਉਹ ਕਰਨਾ। ਇਹ ਹੋਊਗਾ ਨਹੀਂ ਹੋਊਗਾ ਇਹਦੇ ਉੱਤੇ ਮੈਂ ਜਨਤਕ ਤੌਰ ਦੇ ਉੱਤੇ ਕਹਿੰਦੇ ਮੈਂ ਕੋਈ ਸਪੈਕੂਲੇਸ਼ਨ, ਕੋਈ ਕਿਆਸ ਰਹੀਆਂ ਜਿਹੜੀਆਂ ਉਹ ਨਹੀਂ ਲਾ ਸਕਦਾ। ਪਰ ਕਹਿੰਦੇ ਵੀ ਅਪਰੋਪਰੀਏਟ ਨਹੀਂ ਹੈ ਇਸ ਚੀਜ਼ ਦੇ ਬਾਰੇ ਇਦਾਂ ਸੋਚਣਾ। ਤੇ ਕਹਿੰਦੇ ਵੀ ਇਹ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ ਜੇ ਸਾਨੂੰ ਕੋਈ ਸਰਕਾਰ ਸਾਡੇ ਮੁਲਕ ਦੇ ਵਿੱਚ ਇੰਟਰਫੇਅਰ ਕਰਦੀ ਮਿਲਦੀ ਆ ਤਾਂ ਅਸੀਂ ਉਸ ਨੂੰ ਉਸੇ ਹੀ ਹਿਸਾਬ ਦੇ ਨਾਲ ਇਫੈਕਟਿਵਲੀ ਜਿਹੜਾ ਆ ਉਹ ਡੀਲ ਕਰਾਂਗੇ। ਸੋ ਰਾਈਟ ਨਾਓ ਆਸਟ੍ਰੇਲੀਆ ਵਿੱਚ ਵੀ ਉਹਨਾਂ ਨੇ ਕਿਹਾ ਵੀ ਮਲਟੀਪਲ ਕੰਟਰੀਜ਼ ਆ, ਉਹਨਾਂ ਨੇ ਟਰਾਈ ਕੀਤੀ ਸੀ ਆਸਟ੍ਰੇਲੀਅਨ ਸੁਸਾਇਟੀ ਦੇ ਵਿੱਚ ਇੰਟਰਫੇਅਰ ਕਰਨ ਦੀ। ਉਹਨਾਂ ਨੇ ਈਰਾਨ ਦਾ ਇੱਕ ਜਿਹੜਾ ਹਮਲਾ ਸੀ ਉਸ ਨੂੰ ਵੀ ਇਸ ਦੇ ਵਿੱਚ ਨੋਟ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹ ਕਾਫੀ ਇੱਕ ਵੱਡਾ ਬਿਆਨ, ਮਹੀਨੇ ਬਾਅਦ ਇੱਕ ਵਾਰੀ ਫੇਰ ਜਿਹੜਾ ਹਰਜੋਤ ਸਿੰਘ ਜੀ ਇਹ ਆਇਆ ਹੈ ਆਸਟ੍ਰੇਲੀਅਨ ਇੰਟੈਲੀਜੈਂਸ ਦੇ ਜਿਹੜੇ ਚੀਫ ਮਾਈਕ ਬਰਗਸ ਉਹਨਾਂ ਦੇ ਦੁਆਰਾ, ਵੀ ਕਹਿੰਦੇ ਵੀ ਅਸੀਂ ਡਿਸਪਿਊਟ ਨਹੀਂ ਕਰਦੇ, ਨਾ ਹੀ ਸਾਡੇ ਕੋਲ ਕੋਈ ਕਾਰਨ ਆ। ਅਜਿਹੀਆਂ ਜਿਹੜੀਆਂ ਐਲੀਗੇਸ਼ਨ ਆ ਤੇ ਐਵੀਡੈਂਸ ਜਿਹੜਾ ਉਹ ਇਸ ਟਾਈਮ ਕਹਿ ਰਹੇ ਆ ਕੈਨੇਡਾ ਬਾਰੇ। ਜੀ, ਇਸ ਤੋਂ ਇਲਾਵਾ ਸੈਕਰਾਮੈਂਟੋ ਵੀ ਜੋ ਇੱਕ ਬਹੁਤ ਵੱਡਾ ਨਿਊਜ਼ਪੇਪਰ ਹੈਗਾ ਸੈਕਰਾਮੈਂਟੋ ਏਰੀਆ ਦਾ, ਉਹਨਾਂ ਨੇ ਇੱਕ ਬਹੁਤ ਹੀ ਡਿਟੇਲ ਰਿਪੋਰਟ ਛਾਪੀ ਹੈਗੀ ਹੈ ਜੋ ਰੂਬਨ ਦੇ ਮੁਤਾਬਕ। ਉਹਨਾਂ 'ਚ ਇਹ ਕਹਿੰਦੇ ਆ ਵੀ ਕੈਲੀਫੋਰਨੀਆ ਦੇ ਸਿੱਖਾਂ ਨੇ ਆਪਣੇ ਆਪ ਨੂੰ ਜਿਹੜੀਆਂ ਥ੍ਰੈਟਸ ਆਈਆਂ ਉਹ ਰਿਪੋਰਟ ਕੀਤੀਆਂ ਤੇ ਇਹ ਬਹੁਤ ਟਰਬਲਿੰਗ ਹੈਗੀਆਂ ਆ। FBI ਜੋ ਆ ਇਹਦੀ ਇਨਵੈਸਟੀਗੇਟ ਕਰ ਰਹੀ ਹੈਗੀ ਆ। ਬੌਬੀ ਸਿੰਘ ਨਾਮ ਦੇ ਬੰਦੇ ਦਾ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਵੀ ਉਹਨਾਂ ਦਾ ਫੋਨ ਜਦੋਂ ਰਿੰਗ ਹੋਇਆ ਤੇ ਉਹਨੇ ਦੇਖਿਆ ਵੀ FBI ਦਾ ਨੰਬਰ ਆ ਰਿਹਾ ਤੇ ਜਦੋਂ ਏਜੰਟ ਦੇ ਨਾਲ ਗੱਲ ਹੋਈ ਉਹ ਕਹਿੰਦੇ ਵੀ ਤੇਰੀ ਲਾਈਫ ਨੂੰ ਖਤਰਾ ਹੋ ਸਕਦਾ ਆ ਤੇ ਕੇਅਰਫੁਲ ਰਹੀ। ਤੇ 2 ਦਿਨ ਪਹਿਲਾਂ ਹੀ ਕਹਿੰਦੇ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੈਨੇਡਾ ਦੇ ਵਿੱਚ ਹੋਇਆ ਸੀ, ਗੁਰਦੁਆਰਾ ਸਾਹਿਬ ਜੋ ਸਰੀ ਹੈਗਾ ਉੱਥੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਬੋਲਦੇ ਹੋਏ ਕਿਹਾ ਸੀ ਵੀ ਹਾਂ ਸਾਡੇ ਕੋਲ ਬਿਲਕੁਲ ਕ੍ਰੈਡੀਬਲ ਐਵੀਡੈਂਸ ਹੈਗਾ ਵੀ ਏਜੰਟਸ ਆਫ ਗਵਰਨਮੈਂਟ ਆਫ ਇੰਡੀਆ ਨੇ ਇਹ ਜਿਹੜਾ ਕੀਤਾ ਹੈਗਾ। ਹਿੰਦੂ ਨੈਸ਼ਨਲਿਸਟ ਗਵਰਨਮੈਂਟ ਆਫ ਇੰਡੀਆ ਜਿਹਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਲੀਡ ਕਰਦੇ ਆ, ਉਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਟੈਰਰਿਸਟ ਕਿਹਾ ਹੋਇਆ ਸੀ ਉਹਨਾਂ ਦੀ ਸਰਕਾਰ ਨੇ ਤੇ ਉਹ ਐਕਸਟ੍ਰੈਡੀਸ਼ਨ ਉਹਨਾਂ ਦੀ ਮੰਗ ਰਹੇ ਸੀ। ਹਾਲਾਂਕਿ ਕਿਸੇ ਤਰ੍ਹਾਂ ਦੇ ਵੀ ਉਹਨਾਂ ਤੇ ਇੱਕ ਵੀ ਜਿਹੜੀ FIR ਆ ਉਹ ਇੰਡੀਆ ਦੇ ਵਿੱਚ ਰਜਿਸਟਰ ਨਹੀਂ ਹੈਗੀ। ਜੂਨ 18 ਇਸ ਰਿਪੋਰਟ 'ਚ ਅੱਗੇ ਜਾ ਕੇ ਦੱਸਦੇ ਆ ਵੀ ਜੂਨ 18 ਨੂੰ ਜਦੋਂ ਅਸੈਸੀਏਸ਼ਨ ਹੋਈ ਉਹ ਤੋਂ ਬਾਅਦ ਸਿੱਖਾਂ ਤੇ ਮੋਦੀ ਦੀ ਸਰਕਾਰ ਦੇ ਵਿੱਚ ਬਹੁਤ ਵੱਡਾ ਜਿਹੜਾ ਰਿਫਟ ਵਧਿਆ, ਟੈਨਸ਼ਨ ਬਹੁਤ ਵਧੀ ਹੈਗੀ, ਖਾਸ ਕਰਕੇ ਸੈਂਟਰਲ ਵੈਲੀ ਤੇ ਬੇ ਏਰੀਆ ਦੇ ਵਿੱਚ ਜਿੱਥੇ ਸਭ ਤੋਂ ਵੱਡੀ ਜਿਹੜੀ ਸਿੱਖਾਂ ਦੀ ਪੋਪੂਲੇਸ਼ਨ ਰਹਿੰਦੀ ਹੈਗੀ ਆ। ਕੈਲੀਫੋਰਨੀਆ ਦੇ ਇਲੈਕਟਡ ਆਫੀਸ਼ੀਅਲਸ ਜੋ ਸਿੱਖ ਮੂਲ ਦੇ ਆ, ਜਿਹਦੇ 'ਚ ਐਲਗਰੋਵ ਦੀ ਮੇਅਰ ਆ, ਮੈਂਬਰ ਆਫ ਕੈਲੀਫੋਰਨੀਆ ਅਸੈਂਬਲੀ ਜਸਮੀਤ ਬੈਂਸ ਆ, ਇਹਨਾਂ ਸਾਰਿਆਂ ਨੇ ਸੈਕਰਾਮੈਂਟੋ ਬੀ ਦੇ ਨਾਲ ਜਿਹੜੀ ਆ ਗੱਲਬਾਤ ਹੋਈ ਉਹ ਦੱਸਿਆ ਵੀ ਕਿਸ ਤਰ੍ਹਾਂ ਉਹ ਬਹੁਤ ਵਰੀਸਮ ਹੈਗੇ ਆ ਇਸ ਚੀਜ਼ ਨੂੰ ਲੈ ਕੇ। ਉਹ ਆਪਾਂ ਅੱਗੇ ਜਾ ਕੇ ਜੋ ਇਸ ਰਿਪੋਰਟ 'ਚ ਲਿਖਿਆ ਤੁਹਾਡੇ ਨਾਲ ਡਿਸਕਸ ਕਰਦੇ ਹੈਗੇ ਆ। ਹਰਦੀਪ ਸਿੰਘ ਨਿੱਜਰ 1980 ਦੇ ਨਹੀਂ ਜੋ ਸਿੰਘ ਆ ਉਹ ਕਹਿੰਦੇ ਵੀ ਮੇਰੇ ਪੇਰੈਂਟਸ ਆ 1980 'ਚ ਇਮੀਗ੍ਰੈਂਟ ਹੋਏ ਸੀ, ਜੋ ਬੌਬੀ ਸਿੰਘ ਆ ਜਿਸ ਦੀ ਗੱਲਬਾਤ ਕਰਦੇ। ਕਹਿੰਦੇ ਵੀ ਮੈਂ ਹਰਦੀਪ ਸਿੰਘ ਨਿੱਜਰ ਮੇਰਾ ਇੱਕ ਤਰ੍ਹਾਂ ਦੇ ਨਾਲ ਮੈਂਟਰ ਸੀਗਾ। ਮੈਂ ਉਹਨਾਂ ਨੂੰ ਟੋਰਾਂਟੋ ਦੇ ਵਿੱਚ ਮਿਲਿਆ ਸੀ ਇੱਕ ਕਾਨਫਰੰਸ 'ਚ ਤੇ ਉਸ ਤੋਂ ਬਾਅਦ ਮੈਂ ਸਿੱਖ ਐਕਟਿਵਿਜ਼ਮ ਦਾ ਜੋ ਕੰਮ ਆ ਉਹ ਕਰ ਰਿਹਾ ਸੀਗਾ।
ਜੀ ਤੇ ਕਹਿੰਦੇ ਭਈ ਮੈਨੂੰ ਮੈਸੇਜ ਵੀ ਇਦਾਂ ਦੇ ਆਏ ਜਦੋਂ FBI ਨੇ ਰਿਪੋਰਟ ਕੀਤਾ ਭਈ ਬੀ ਕੇਅਰਫੁਲ। ਉਹ ਤੋਂ ਬਾਅਦ ਕਹਿੰਦੇ ਵੀ ਮੈਨੂੰ ਮੈਸੇਜ ਆਏ ਵੀ ਜਸਟ ਏ ਹੈਡ ਅਪ ਫॉर ਯੂ, ਯੂ ਆਰ ਨੈਕਸਟ ਇਨ USA। ਤੇ ਐਂਡ ਦੇ ਵਿੱਚ ਕਹਿੰਦਾ ਲਿਖਿਆ ਹੋਇਆ ਸੀ ਜੈ ਹਿੰਦ, ਜਿਹਨੂੰ ਪੰਜਾਬੀ ਚ ਆਪਾਂ ਕਹਿ ਸਕਦੇ ਹਾਂ ਵਿਕਟਰੀ ਫॉर ਹਿੰਦੁਸਤਾਨ ਜਾਂ ਕੁਛ ਵੀ, ਰਾਈਟ। ਸੋ ਜੇ ਸਾਰੀ ਇਨਸੀਡੈਂਟਸ ਨੂੰ ਦੇਖਦੇ ਜਾਈਏ ਸੈਕਰਾਮੈਂਟੋ ਬੀ ਦੇ ਮੁਤਾਬਕ, ਕਹਿੰਦੇ ਵੀ ਜੂਨ 24 ਨੂੰ 2 ਦਿਨ ਬਾਅਦ ਡਾਕਟਰ ਪ੍ਰਿਤਪਾਲ ਸਿੰਘ ਜੋ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਫਾਊਂਡਰ ਹੈਗੇ ਆ, ਉਹਨਾਂ ਨੇ FBI ਨੂੰ ਵਾਰਨਿੰਗ ਦਿੱਤੀ। ਉਹਨਾਂ ਨੂੰ ਦੱਸਿਆ, ਐਕਚੁਅਲੀ FBI ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਨੂੰ, ਵੀ ਆਪਣੀ ਸੇਫਟੀ ਦੇ ਲਈ ਕੇਅਰਫੁਲ ਰਹੋ। ਉਹਨਾਂ ਨੇ ਕਿਹਾ ਵੀ ਮੈਂ ਇੱਕ SUV ਦੇਖਿਆ ਜੋ ਸੈੱਲ ਫੋਨ ਦੇ ਨਾਲ ਉਹਦੇ ਚੋਂ ਬੰਦਾ ਕੋਈ ਨਿਕਲ ਕੇ ਫੋਟੋਆਂ ਲੈ ਰਿਹਾ ਸੀ ਉਹਨਾਂ ਦੇ ਘਰ ਦੇ ਵਿੱਚੋਂ। ਹਾਲਾਂਕਿ ਉਹਨਾਂ ਦਾ ਘਰ ਕਾਫੀ ਸਿਕਿਉਰ ਆ ਫਰੀਮੌਂਟ ਏਰੀਏ ਦੇ ਵਿੱਚ। ਅਗਸਤ ਮਹੀਨੇ ਦੇ ਵਿੱਚ ਸਿੱਖ ਅਮਰੀਕਨ ਅਸੈਂਬਲੀ ਵੂਮਨ ਜਸਵੀਰ ਕੌਰ ਬੈਂਸ, ਜਿਨ੍ਹਾਂ ਨੇ ਬਿੱਲ ਲੈ ਕੇ ਆਂਦਾ ਸੀ 1984 ਵਾਲਾ, ਉਹਦੇ ਵਿੱਚ ਕਿਸ ਤਰ੍ਹਾਂ ਦੱਸਿਆ ਗਿਆ ਸੀ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖਾਂ ਦਾ ਕਤਲੇਆਮ ਹੋਇਆ, ਜੈਨੋਸਾਈਡ ਹੋਇਆ 1984 ਦੇ ਵਿੱਚ। ਉਹ ਕਹਿੰਦੀ ਵੀ ਮੇਰੇ ਆਫਿਸ ਦੇ ਵਿੱਚ, ਬੇਕਰਫੀਲਡ ਵਾਲੇ ਆਫਿਸ 'ਚ 4 ਇੰਡੀਅਨ ਮੈਨ ਵਿਜ਼ਿਟ ਕੀਤਾ ਉਹਨਾਂ ਨੇ ਤੇ ਮੈਨੂੰ ਥ੍ਰੈਟ ਵੀ ਕੀਤਾ। ਉਹ ਕਹਿੰਦੇ ਵੀ ਇਸ ਮੈਂ ਬਿੱਲ ਦੇ ਉਲਟ ਤੇ ਮੈਂ ਇਹਦੀ ਰਿਪੋਰਟ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਕੋਲ ਕੀਤੀ। ਉਸ ਤੋਂ ਬਾਅਦ ਸਤੰਬਰ 7 ਨੂੰ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿੱਚ, ਜਿੱਥੇ ਕਹਿੰਦੇ ਵੀ ਖਾਲਿਸਤਾਨ ਦਾ ਬਹੁਤ ਵੱਡਾ ਐਕਟਿਵਿਜ਼ਮ ਹੁੰਦਾ ਹੈਗਾ ਆ, ਉੱਥੇ ਝੰਡਾ ਵੀ ਜਿਹੜਾ ਉਹ ਲਹਿਰਦਾ ਆ ਉੱਥੇ। ਉੱਥੇ ਇੱਕ ਇੰਡੀਅਨ ਗਵਰਨਮੈਂਟ ਦਾ ਬੰਦਾ ਕਹਿੰਦੇ ਵੀ ਰਿਪਰੈਜ਼ੈਂਟੇਟਿਵ ਉੱਥੇ ਪਹੁੰਚਦਾ ਆ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਇਹ ਕਹਿੰਦਾ ਆ ਵੀ ਜੇ ਤੁਸੀਂ ਇਹ ਜਿਹੜਾ ਆ ਪ੍ਰੋ ਖਾਲਿਸਤਾਨ ਵਾਲਾ ਮੁੱਦਾ ਚੱਕਦੇ ਰਹੋਗੇ ਤਾਂ ਤੁਹਾਡੇ ਜਿਹੜੇ ਕੌਨਸੀਕੁਐਂਸਿਸ ਆ ਉਹ ਬਹੁਤ ਬੈਡ ਹੋਣਗੇ। ਇਮੀਗ੍ਰੇਸ਼ਨ ਦਾ ਡਰਾਵਾ ਵੀ ਦਿੱਤਾ ਉਹਨਾਂ ਨੇ, ਵੀਜ਼ਿਆਂ ਦਾ ਵੀ ਡਰਾਵਾ ਦਿੱਤਾ ਮਤਲਬ। ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਕਮੇਟੀ ਦੇ ਮੈਂਬਰ ਸੀ, ਉਹਨਾਂ ਦੇ ਬੋਰਡ ਆਫ ਡਾਇਰੈਕਟਰ, ਉਹਨਾਂ ਦੇ ਨਾਮ ਤੇ ਨੰਬਰ ਪੁੱਛੇ। ਅਕਤੂਬਰ 15 ਨੂੰ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੰਦਾ ਜਿਹੜਾ ਜਾਂਦਾ ਆ, ਉਹ ਹਰਦੀਪ ਸਿੰਘ ਨਿੱਜਰ ਹੋਣਾ ਵਾਲਾ ਜਿਹੜਾ ਪੋਸਟਰ ਆ ਉਹਨੂੰ ਪਾੜ ਦਿੰਦਾ ਹੈਗਾ ਆ। ਪੁਲਿਸ ਉਹਨੂੰ ਜੇਲ੍ਹ 'ਚ ਲੈ ਜਾਂਦੀ ਆ। ਸ਼ਾਇਦ ਹਜੇ ਤੱਕ ਵੀ ਉਹ ਛੁੱਟਿਆ ਨਹੀਂ ਹੈ ਕਿਉਂਕਿ $80,000 ਦੀ ਬੇਲ ਰੱਖੀ ਸੀ, ਪਰ ਕਈ ਕਹਿ ਰਹੇ ਆ ਵੀ ਉਹ ਮੈਂਟਲੀ ਅਪਸੈਟ ਆ। ਪਰ ਪਤਾ ਨਹੀਂ ਜਿਸ ਹਿਸਾਬ ਦੇ ਨਾਲ ਉਹਨੂੰ ਉੱਥੇ ਜਿਹੜੇ ਆਪ ਬੋਲਿਆ ਆ ਵੀ ਖਾਲਿਸਤਾਨ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਆ, ਉਹ ਸਾਰਾ ਕੁਝ ਰਿਕਾਰਡਡ ਹੈਗਾ ਆ। ਬਿਲਕੁਲ ਹਰਜੋਤ ਸਿੰਘ ਜੀ, ਉਹ ਸੇਮ ਥਿੰਗ ਹੀ ਆ ਜਿੱਦਾਂ ਆਪਣੇ ਗੁਰੂ ਘਰਾਂ 'ਚ ਆ ਕੇ ਜਦੋਂ ਬੇਅਦਬੀਆਂ ਕਰਦੇ ਤੇ ਬਾਅਦ 'ਚ ਉਹਨੂੰ ਮੈਂਟਲ ਜਿਹੜਾ ਉਹ ਸ਼ੋਅ ਕਰ ਦਿੱਤਾ ਜਾਂਦਾ ਹੁੰਦਾ ਆ। ਸੋ ਇਹ ਪਤਾ ਨਹੀਂ ਆ। ਸੋ ਇਹ ਸੌਰੀ ਮੈਂ ਵਿੱਚ ਹੀ ਕੱਟ ਰਿਹਾ, ਇਹਦੇ ਵਿੱਚ ਹੀ ਜਿਹੜਾ ਉਹ ਆਪਾਂ ਦੱਸਦੇ ਜਾਈਏ ਵੀ ਇਹਨਾਂ ਨੇ ਵਾਸ਼ਿੰਗਟਨ ਪੋਸਟ ਨੇ ਪਿਛਲੇ ਮਹੀਨੇ ਇੱਕ ਬੜੀ ਵੱਡੀ ਇਨਵੈਸਟੀਗੇਸ਼ਨ ਰਿਪੋਰਟ ਛਾਪੀ ਸੀ। ਉਹਨਾਂ ਨੇ ਇਹ ਦਿਖਾਇਆ ਸੀਗਾ ਵੀ ਜਿਹੜੇ ਹਿੰਦੂ ਨੈਸ਼ਨਲਿਸਟ ਆ, ਜਿਹੜਾ ਹਿੰਦੂਤਵ ਏਜੰਡੇ ਦੇ ਨਾਲ ਅੱਗੇ ਚੱਲ ਰਿਹਾ, ਵੀ ਉਹਨਾਂ ਨੇ ਇੱਕ ਡਿਜੀਟਲ ਕੈਂਪੇਨ ਚਲਾਇਆ ਹੋਇਆ ਆ ਇੰਡੀਆ ਦੀ ਛਵੀ ਨੂੰ ਇਸ ਹਿਸਾਬ ਦੇ ਨਾਲ ਇਨਫਲੇਮ ਕਰਕੇ, ਜਿਹੜਾ ਉਹ ਦਿਖਾਉਣ ਦੇ ਲਈ ਵੀ ਪਤਾ ਨਹੀਂ ਕੀ ਜਿਹੜੀ ਉਹ ਚੀਜ਼ ਆ। ਸੇਮ ਥਿੰਗ ਜਿਹੜੀ ਆ ਉਹ ਕਈ ਵਾਰੀ ਆਪਾਂ ਨੂੰ ਕਈ ਥਾਵਾਂ ਦੇ ਉੱਤੇ ਹੋਰ ਦੇਖਣ ਨੂੰ ਮਿਲਦੀ ਹੈ। ਕਹਿੰਦੇ ਵੀ ਕਾਫੀ ਇਨਫਲੇਮੇਟਰੀ ਹੁੰਦੀਆਂ ਇਹਨਾਂ ਦੀਆਂ ਗੱਲਾਂ, ਭੜਕਾਉਣ ਵਾਲੀਆਂ ਜਿਹੜੀਆਂ ਗੱਲਾਂ ਹੁੰਦੀਆਂ ਗਲਤ ਹੁੰਦੀਆਂ ਆ, ਤੇ ਕਿਤੇ ਖਾਸ ਫਿਰਕੇ ਜਾਂ ਮਾਈਨੋਰਟੀ ਦੇ ਉਲਟ ਜਿਹੜਾ ਆ ਉਹ ਕੰਮ ਕਰਦੀਆਂ। ਤੇ ਕੰਮ ਕਹਿੰਦੇ ਵੀ ਚੱਲਦਾ ਪੂਰਾ ਅਸੈਂਬਲੀ ਲਾਈਨ 'ਚ, ਵੀ ਇੰਡਸਟਰੀਅਲ ਸਕੇਲ ਦੇ ਉੱਤੇ ਜਿਹੜਾ ਪੂਰਾ ਕੰਮ ਚੱਲ ਰਿਹਾ ਹੈਗਾ ਆ। ਸੋ ਇਹ ਬੌਬੀ ਸਿੰਘ ਐਲਨ ਜਿਹੜੀ ਆ, ਉਹਨੇ ਫਾਰਮਰ ਪ੍ਰੋਟੈਸਟ ਦਾ ਹਵਾਲਾ ਦਿੰਦੇ ਹੋਏ ਕਿਹਾ ਵੀ ਜਦ ਅਸੀਂ ਉਸ ਹੱਕ ਦੇ ਵਿੱਚ ਬੋਲੇ ਸੀ ਤੇ ਉਹਨੂੰ ਵੀ ਕਈ ਵਾਰ ਇੱਦਾਂ ਦੇ ਜਿਹੜੀ ਹੇਟ ਆ ਉਸ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਪੰਜਾਬ ਦੇ ਵਿੱਚ ਇੰਟਰਨੈਟ ਨੂੰ ਉੱਥੇ ਬੰਦ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਕਹਿੰਦੇ ਵੀ ਕਈਆਂ ਨੇ ਤਾਂ ਮੈਨੂੰ ਇਹ ਵੀ ਨੁੱਕਰ ਤੇ ਲਾ ਕੇ ਕਹਿ ਲਓ ਵੀ ਕਾਰਨਰ ਕਰਕੇ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਵੀ ਤੂੰ ਇੰਡੀਆ ਦੇ ਉਲਟ ਕਿਉਂ ਹੈਗੀ ਆ। ਸੋ ਕਹਿੰਦੇ ਵੀ ਜਦੋਂ ਵੀ ਕੋਈ ਸਿੱਖ ਬੋਲਦਾ ਆ ਤੇ ਉਸ ਦੇ ਉਲਟ ਸਸਪੀਸ਼ੀਅਸ ਲੇਬਲ ਜਿਹੜਾ ਆ ਉਹ ਲਗਾ ਦਿੱਤਾ ਜਾਂਦਾ ਆ। ਸੋ ਬੌਬੀ ਸਿੰਘ ਇਹ ਡਿਫਰੈਂਟ ਆ। ਇਹ ਮੁੰਡਾ ਜਿਹੜਾ ਸਿੱਖ ਐਕਟਿਵਿਸਟ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੇ ਨਾਲ ਜਿਹੜਾ ਹੋ ਰਿਹਾ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਇਹ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਦੇ ਵਿੱਚ ਮੁੰਡਾ ਪੜ੍ਹਦਾ ਰਿਹਾ ਆ, ਸਟੂਡੈਂਟ ਉੱਥੇ ਦਾ ਜਿਹੜਾ ਉਹ ਰਿਹਾ ਆ। ਤੇ ਕਹਿੰਦਾ ਵੀ ਮੈਂ ਇਕੱਲਾ ਨਹੀਂ ਸੀਗਾ, ਵੀ ਜਿਹਨੂੰ FBI ਮਿਲੇ ਜਾਂ ਉਹਨਾਂ ਨੇ ਵਿਜ਼ਿਟ ਕੀਤੀ ਹੈ ਜਾਂ ਕਾਲ ਜਿਹੜੀ ਉਹ ਕੀਤੀ ਆ। ਆਪਾਂ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦੇ ਵੀ ਦੱਸਿਆ,
ਡਾਕਟਰ ਅਮਰਜੀਤ ਸਿੰਘ, ਉਹਨਾਂ ਦੇ ਨਾਲ ਵੀ ਜਿਹੜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ ਹੈਗੀਆਂ ਆ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ, ਜਿਹੜਾ ਇੱਕ ਮੇਨ ਗੱਲ ਆ ਵੀ ਜਿਸ ਤਰੀਕੇ ਦੇ ਨਾਲ ਸਟਾਕਟਨ ਗੁਰੂ ਘਰ ਦੇ ਵਿੱਚ ਉਹ ਜਾਣਾ, ਉਹ ਵੀਡੀਓ ਸ਼ਰੇਆਮ ਜਿਹੜੀ ਉਹ ਪੇਸ਼ ਕੀਤੀ ਗਈ ਆ। ਇਹ ਸਤੰਬਰ 7 ਦੀ ਜਿਹੜੀ ਉਹ ਗੱਲ ਘਟਨਾ ਜਿਹੜੀ ਉਹ ਦੱਸ ਰਹੇ ਆ, ਯਾਨੀ ਕਿ ਕਤਲ ਜਿਹੜਾ ਉਹ ਜੂਨ 'ਚ ਕੀਤਾ ਜਾਂਦਾ ਹੈ ਉਹਨਾਂ ਦਾ। ਉਹ ਤੋਂ ਬਾਅਦ ਦੇ ਵਿੱਚ ਇਹ ਅਮਰੀਕਾ 'ਚ ਸਰਗਰਮੀ ਜਿਹੜੀ ਉਹ ਦਿਖਾ ਰਹੇ ਆ, ਉਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਸੋ ਉਹਦੇ ਕਰਕੇ ਇਹ ਸਾਰੇ ਜਾਣਿਆਂ ਨੂੰ ਬਹੁਤ ਸੁਚੇਤ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਬੰਦਾ ਜਿਹੜਾ ਆਪਣੇ ਆਪ ਨੂੰ ਇਹ ਕਹਿੰਦਾ ਵੀ ਮੈਂ ਇੰਡੀਅਨ ਜਿਹੜਾ ਰਿਪਰੈਜ਼ੈਂਟੇਟਿਵ ਆ, ਉਹ ਦਾਅਵਾ ਜਿਹੜਾ ਕਰ ਰਿਹਾ ਆ, ਇੱਦਾਂ ਧਮਕਾ ਰਿਹਾ ਆ, ਡਰਾ ਰਿਹਾ ਆ। ਅੱਗੇ ਪਤਾ ਨਹੀਂ ਇਹ ਹੋਰ ਕੀ ਕੁਛ ਕਰ ਸਕਦੇ ਆ, ਕਿਉਂਕਿ ਗੁਰੂ ਘਰ ਦੇ ਵਿੱਚ ਜਾ ਕੇ ਭਾਈ ਨਿੱਜਰ ਹੁਣਾਂ ਦਾ ਉਹਨਾਂ ਨੇ ਕਤਲ ਕਰ ਦਿੱਤਾ ਸੀਗਾ। ਸੋ ਆਪਾਂ ਨੂੰ ਤਾਂ ਹੋਰ ਵੀ ਜ਼ਿਆਦਾ ਅਲਰਟ ਇੱਥੇ ਰਹਿਣ ਦੀ ਜ਼ਰੂਰਤ ਆ। ਪਿਛਲੇ ਕਈ ਦਿਨਾਂ ਤੋਂ ਆਪਾਂ ਕਹਿ ਰਹੇ ਹਾਂ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਸਮਾਗਮ ਜਿਹੜੇ ਉਹ ਆ ਰਹੇ ਆ। ਅਲਰਟਨੈਸ ਦੀ ਜਿਹੜੀ ਲੈਵਲ ਆ ਉਹ ਬਿਲਕੁਲ ਹਾਈ ਦੇ ਉੱਤੇ ਜਿਹੜਾ ਉਹ ਸਾਰਿਆਂ ਨੇ ਰੱਖਣਾ ਆ। ਚਾਹੇ ਕੋਈ ਬੱਚਾ ਹੈ, ਚਾਹੇ ਨੌਜਵਾਨ ਆ, ਚਾਹੇ ਬਜ਼ੁਰਗ ਆ, ਚਾਹੇ ਸਾਡੀ ਕੋਈ ਧੀ ਭੈਣ ਆ, ਕੋਈ ਵੀ ਆ, ਉਹ ਅਲਰਟ ਰਹਿਣਾ ਆ। ਕਿਤੇ ਵੀ ਕੋਈ ਵੀ ਤੁਹਾਨੂੰ ਲੱਗਦਾ ਆ ਵੀ ਭਾਈ ਕੋਈ ਵੀ ਸ਼ੱਕੀ ਆ, ਤਾਂ ਅਥਾਰਟੀਜ਼ ਦੇ ਨਾਲ ਤੁਰੰਤ ਜਿਹੜੀ ਆ ਉਹ ਗੱਲ ਕਰਨ ਦੀ ਜਿਹੜੀ ਜ਼ਰੂਰਤ ਆ। ਇੱਥੇ ਦੇ ਨਾਅਰੇ ਮਾਰਨ ਵਾਲੇ, ਜਿੱਦਾਂ ਉਹ ਤਸਵੀਰਾਂ ਪਾੜਨ ਵਾਲੇ ਬਹੁਤ ਸਾਰੇ ਲੋਕ ਜਿਹੜੇ ਉਹ ਆ ਸਕਦੇ ਆ, ਘੁਸਪੈਠ ਕਰਕੇ ਇੱਦਾਂ ਦੀ ਸ਼ਰਾਰਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਸਕਦੇ, ਕਿਉਂਕਿ ਇਵੈਂਚੁਅਲੀ ਉਹ ਜਿਹੜਾ ਇਹ ਵਾਸ਼ਿੰਗਟਨ ਪੋਸਟ ਨੇ ਆਰਟੀਕਲ ਛਾਪਿਆ ਨਾ ਵੀ ਜਿਹੜਾ ਰਾਈਟ ਵਿੰਗ ਵਾਲੇ ਜੋ ਕਰ ਰਹੇ ਆ, ਉਹ ਉਕਸਾਉਣਗੇ, ਪ੍ਰਵੋਕ ਕਰਨਗੇ, ਤੁਹਾਡੇ ਤੋਂ ਕੋਈ ਅਜਿਹੀ ਕਾਰਵਾਈ ਕਰਾਉਣ ਦੀ ਗੱਲ ਕਰਨਗੇ, ਜਾਂ ਇਦਾਂ ਦੀ ਚੀਜ਼ ਹੋਊਗੀ ਵੀ ਜਿਹਨੂੰ ਉਹ ਬਾਅਦ ਦੇ ਵਿੱਚ ਭੰਡੀ ਪ੍ਰਚਾਰ ਦੇ ਵਿੱਚ ਉਹ ਵਰਤ ਸਕਣ, ਤੇ ਬਾਕੀ ਉਹਨਾਂ ਨੇ ਗਲਤ ਜਿਹੜਾ ਸਿੱਖਾਂ ਦੀ ਛਵੀ ਨੂੰ ਦਿਖਾਉਣ ਦੀ ਇੱਥੇ ਕੋਸ਼ਿਸ਼ ਵੀ ਜਿਹੜੀ ਉਹ ਕਰਨੀ ਆ। ਸੋ ਆਪਾਂ ਨੂੰ ਬਹੁਤ ਹੀ ਸਹਿਜ ਦੇ ਨਾਲ ਤੇ ਬਹੁਤ ਹੀ ਅਲਰਟ, ਸਤਰਕਤਾ ਦੇ ਨਾਲ ਜਿਹੜਾ ਆ ਇਹ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਰਨਾ ਜਿਹੜਾ ਉਹ ਹੈਗਾ ਆ। ਸੈਕਰਾਮੈਂਟੋ ਵੀ ਅੱਗੇ ਜਾ ਕੇ ਲਿਖਦਾ ਆ ਵੀ ਜਿਹੜੇ ਸਿੱਖ ਲੀਡਰਸ ਆ ਉਹ ਬਹੁਤ ਸਾਰੇ ਕੰਸਰਨ ਆ ਜਦ ਤੋਂ ਹੀ ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਕਤਲ ਹੋਇਆ। ਪਹਿਲਾਂ ਆਪਾਂ ਦੇਖਿਆ ਵੀ ਪਾਕਿਸਤਾਨ 'ਚ, ਇੰਗਲੈਂਡ 'ਚ, ਹੁਣ ਸਾਰਿਆਂ ਨੂੰ ਪਤਾ ਲੱਗੇ ਰਿਹਾ ਵੀ ਕੌਣ ਇਹਦੇ ਪਿੱਛੇ ਇਨਵੋਲਵ ਸੀ। ਪਰ ਜਦੋਂ ਸਤੰਬਰ 7 ਨੂੰ ਇੱਕ ਮਿਸਟੀਰੀਅਸ ਵਿਜ਼ਟਰ ਜਿਹੜਾ ਆ ਉਹ ਵਿਜ਼ਿਟ ਕੀਤਾ ਸਟਾਕਟਨ ਗੁਰਦੁਆਰਾ ਸਾਹਿਬ, ਉਹ ਤੋਂ ਬਾਅਦ ਜਿਹੜਾ ਆ ਸਾਰਿਆਂ ਦੇ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਸਿੱਖ ਆ ਉਹ ਅਲਰਟ ਹੋ ਗਏ। ਸਟਾਕਟਨ ਗੁਰਦੁਆਰਾ ਸਾਹਿਬ, ਸੈਕਰਾਮੈਂਟੋ ਵੀ ਅੱਗੇ ਜਾ ਕੇ ਲਿਖਦਾ ਵੀ ਸਭ ਤੋਂ ਓਲਡੈਸਟ ਗੁਰਦੁਆਰਾ ਸਾਹਿਬ ਹੈਗਾ USA ਦੇ ਵਿੱਚ। ਇੱਥੋਂ ਹੀ ਜਿਹੜੀ ਆ ਇੰਡੀਆ ਨੂੰ ਆਜ਼ਾਦ ਕਰਾਉਣ ਦੀ ਜਿਹੜੀ ਮੂਵਮੈਂਟ ਚੱਲੀ ਸੀ। ਪਰ ਲੇਟਰ ਔਨ ਜੋ ਕੁਝ ਵਾਪਰਿਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਕਹਿੰਦੇ ਵੀ ਜਦੋਂ ਇਸ ਬੰਦੇ ਨੇ ਜਾ ਕੇ ਉੱਥੇ ਦੇ ਗ੍ਰੰਥੀ ਸਾਹਿਬ ਨਾਲ ਗੱਲਬਾਤ ਕੀਤੀ, ਉਹਨਾਂ ਤੋਂ ਨੰਬਰ ਲਏ ਸਾਰਿਆਂ ਤੋਂ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਡਰਾਵਾ ਵੀ ਦਿੱਤਾ, ਤੇ ਉਹ ਤੋਂ ਬਾਅਦ ਸੈੱਲ ਫੋਨ ਤੇ ਕਾਲ ਕਰਕੇ ਉਹਨੂੰ ਇੱਕ 2023 ਕੈਡਿਲੈਕ ਐਸਕਾਲੇਡ ਚੱਕਣ ਵਾਲਾ ਹੈਗਾ। ਜੀ ਉਹ ਸਾਰੀ ਵੀਡੀਓ ਜਿਹੜੀ ਆ ਉਹ ਸੈਕਰਾਮੈਂਟੋ ਵੀ ਨੇ ਵੀ ਆਪਣੇ ਜਿਹੜੀ ਉਹਨਾਂ ਦਾ ਡਿਜੀਟਲ ਪ੍ਰਿੰਟ ਹੈਗਾ ਉੱਥੇ ਚਾੜੀ ਹੋਈ ਹੈਗੀ ਆ। ਨਾਲ ਦੀ ਨਾਲ ਉਹਨਾਂ ਨੇ ਸਾਰੀਆਂ ਵੀਡੀਓਜ਼ ਉਹ FBI ਨੂੰ ਵੀ ਦਿੱਤੀਆਂ ਹੋਈਆਂ ਹੈਗੀਆਂ। ਸੈਕਰਾਮੈਂਟੋ ਵੀ ਨੇ FBI ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕਿਸੇ ਤਰ੍ਹਾਂ ਦੀ ਜਿਹੜੀ ਆ ਇਸ ਇਨਵੈਸਟੀਗੇਸ਼ਨ ਦੇ ਵਿੱਚ ਵੀ ਕੀ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਕਰ ਰਹੀ USA ਦੇ ਵਿੱਚ, ਉਹ ਉਹਨਾਂ ਦੇ ਨਾਲ ਡਿਸਕਸ ਨਹੀਂ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋ ਰਵਿੰਦਰ ਸਿੰਘ ਧਾਲੀਵਾਲ ਆ, ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੂੰ ਵੀ ਬਹੁਤ ਸਾਰੀਆਂ ਜਿਹੜੀਆਂ ਫੋਨ ਕਾਲਸ ਆਈਆਂ ਹੈਗੀਆਂ ਮਿਸਟੀਰੀਅਸ ਜਿਹੜੀਆਂ ਹੈਗੀਆਂ ਆ, ਤੇ ਜਿਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਵਾਰਨਿੰਗ ਵੀ ਹੈਗੀ ਆ। ਕਹਿੰਦੇ ਵੀ ਬੜੀ ਹੈਰਾਨੀ ਦੀ ਗੱਲ ਆ ਵੀ 20th ਸੈਂਚੁਰੀ ਦੇ ਸ਼ੁਰੂਆਤ ਦੇ ਵਿੱਚ ਇਸ ਗੁਰੂ ਘਰ ਚੋਂ ਭਾਰਤ ਨੂੰ ਆਜ਼ਾਦ ਕਰਾਉਣ ਦੀ ਗੱਲਬਾਤ ਹੋਈ ਹੋਵੇ, ਗਦਰੀ ਬਾਬੇ ਇੱਥੋਂ ਗਏ ਹੋਣ, ਤੇ ਜਦੋਂ ਹੁਣ ਉਹ ਜੋ ਕੁਝ ਸਿੱਖਾਂ ਨਾਲ ਵਾਅਦਾ ਕੀਤਾ ਗਿਆ ਸੀ ਉਹ ਨਹੀਂ ਪੂਰਾ ਹੋਇਆ, ਤੇ ਹੁਣ ਜੇ ਸਿੱਖ ਇੱਥੇ ਦੇ ਆਪਣੇ ਆਜ਼ਾਦ ਮੁਲਕ ਦੀ ਗੱਲ ਕਰਦੇ ਆ ਤੇ ਉਹਨਾਂ ਨੂੰ ਜਿਹੜਾ ਆ ਥ੍ਰੈਟ ਕੀਤਾ ਜਾਂਦਾ ਹੈਗਾ। ਬਿਲਕੁਲ। ਤੇ ਜਸਜੀਤ ਸਿੰਘ ਇੱਕ ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਸਕੂਲ ਬੋਰਡ ਦੇ ਮੈਂਬਰ ਆ, ਪ੍ਰੈਕਟਿਸਿੰਗ ਸਿੱਖ ਹੈਗੇ। ਉਹਨਾਂ ਨੇ ਵੀ ਇਹ ਕਿਹਾ ਵੀ ਇਹ ਬਹੁਤ ਮਾੜੀ ਗੱਲ ਆ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜੇ ਭਾਰਤੀ ਸਰਕਾਰ ਵੱਲੋਂ ਕੀਤੀ ਗਈ ਹੈਗੀ ਆ। ਕਹਿੰਦੇ ਵੀ ਗੁਰਦੁਆਰਾ ਸਾਹਿਬ ਤਾਂ ਸਾਡਾ ਓਪਨ ਆ ਐਨੀਬਾਡੀ ਦੇ ਲਈ, ਰਿਗਾਰਡਲੈਸ ਆਫ ਕਿਸੇ ਰਿਲੀਜਨ ਦੇ, ਰੇਸ ਦੇ, ਕ੍ਰੀਡ ਦੇ, ਸੈਕਸ਼ੂਅਲ ਓਰੀਐਂਟੇਸ਼ਨ। ਸੋ ਓਪਨਨੈਸ ਕਰਕੇ ਇਹਦਾ ਮਤਲਬ ਇਹ ਨਹੀਂ ਵੀ ਕੋਈ ਵੀ ਉੱਥੇ ਆ ਕੇ ਜਿਹੜਾ ਆ ਇਦਾਂ ਦਾ ਕੰਮ ਕਰਦਾ ਹੈ। ਤੇ ਇੰਟੈਲੀਜੈਂਸ ਐਕਸਪਰਟ ਜੋ ਹੈਗੇ ਆ ਉਹ ਕਹਿੰਦੇ ਆ ਵੀ ਸਿੱਖਾਂ ਨੂੰ ਜੋ ਕੰਸਰਨ ਹੈਗਾ ਉਹ ਉਹਨਾਂ ਦਾ ਬਹੁਤ
ਰੀਜ਼ਨੇਬਲ ਹੈਗਾ। ਜੋ ਕੁਝ ਕੈਨੇਡਾ 'ਚ ਵਾਪਰਿਆ ਵੀ ਕੈਨੇਡਾ ਦੇ ਇੱਕ ਸਿਟੀਜ਼ਨ ਨੂੰ, ਕੈਨੇਡਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ, ਕੈਨੇਡਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸ਼ਰੇਆਮ ਗੋਲੀਆਂ ਨਾਲ ਮਾਰ ਦਿੱਤਾ ਗਿਆ ਹੋਵੇ, ਸੋ ਨੈਚੁਰਲੀ ਉਹਦਾ ਜਿਹੜਾ ਕੰਸਰਨ ਹੋਣਾ ਹੀ ਹੈਗਾ ਆ। ਯੂਐਸ ਆਫੀਸ਼ੀਅਲਸ ਇੰਡੀਆ ਦੀ ਕੋਆਪਰੇਸ਼ਨ ਮੰਗ ਰਹੇ ਹੈਗੇ ਆ, ਖਾਸ ਕਰਕੇ ਜਦੋਂ ਤੋਂ ਹੀ ਜਿੱਦਾਂ ਆਪਾਂ ਬਹੁਤ ਫਾਈਵ ਵਾਰੀ ਆਈਜ਼ ਬਿਆਨ ਵਾਲੀ ਆਏ ਆ ਗੱਲਬਾਤ ਕੀਤੀ ਆ। ਬਾਈਡਨ ਹੁਣਾਂ ਤੋਂ ਲੈ ਕੇ ਹੋਰ ਸਾਰਿਆਂ ਨੇ ਬਿਆਨ ਇਹੀ ਦਿੱਤੇ ਆ ਵੀ ਭਾਈ ਇੰਡੀਆ ਜਿਹੜਾ ਆ ਉਹ ਗੱਲ ਕਰੇ, ਇੰਡੀਆ ਜਿਹੜਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਉਹ ਸਾਥ ਦੇਵੇ। ਪਰ ਹਾਲ ਦੀ ਘੜੀ ਉਹ ਇਹੀ ਚੀਜ਼ ਦੇ ਵਿੱਚ ਦੁਹਰਾਉਣ ਦੇ ਵਿੱਚ ਲੱਗੇ ਹੋਏ ਆ ਵੀ ਕਹਿੰਦੇ ਵੀ ਸਾਨੂੰ ਐਵੀਡੈਂਸ ਜਿਹੜਾ ਆ ਉਹ ਦਿਖਾਓ, ਕਿੱਦਾਂ ਆ, ਕਿਵੇਂ ਆ। ਪਰ ਉਹ ਆਲਰੇਡੀ ਜਿਹੜੀ ਮਿਲਨ ਜੋਲੀ ਆ ਉਹ ਤੇ ਹੋਰ ਬਹੁਤ ਸਾਰੇ ਜਾਣੇ ਜਾ ਕੇ ਜਿਹੜੇ ਕਹਿ ਲਓ ਵੀ ਦੋਵਲ ਦੇ ਬਰਾਬਰ ਦੀ ਅਹੁਦੇਦਾਰ ਜਿਹੜੀ ਕੈਨੇਡਾ ਦੇ ਵੱਲੋਂ ਉਹ ਗਈ ਸੀ, ਉਹਨਾਂ ਨੇ ਉਹ ਸਾਰਾ ਕੁਝ ਜਿਹੜਾ ਉਹ ਦਿਖਾਇਆ। ਪਰ ਉਹ ਇਸ ਟਾਈਮ ਉਹਨਾਂ ਦੇ ਉੱਤੇ ਪੁੱਠਾ ਜਿਹੜਾ ਉਹ ਪੈਂਦਾ ਜਾ ਰਿਹਾ ਹੈਗਾ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਕੈਨੇਡਾ ਨੇ ਇਹਨਾਂ ਦੇ ਡਿਪਲੋਮੈਟ ਨਾ ਕੱਢਣੇ ਉਸ ਦੇ ਬਰਾਬਰ ਉਸ ਨੂੰ ਜਿਹੜਾ ਉਹ ਬੜੀ ਕੂਟਨੀਤਿਕ ਢੰਗ ਦੇ ਨਾਲ ਕਹਿ ਲਓ ਵੀ ਇਹ ਵਰਤਣ ਦੀ ਕੋਸ਼ਿਸ਼ ਆ। ਵੈਸਟ ਜਿਹੜਾ ਆ ਉਹ ਇਸ ਟਾਈਮ ਇਹ ਪੇਂਟ ਪਿਕਚਰ ਕਰੂਗਾ ਤੇ ਉਹ ਹੋ ਰਹੀ ਆ ਇੰਡੀਆ ਦੀ ਆਪ ਹੀ, ਜਿੱਦਾਂ ਵੀ ਉਹ ਕਿਸ ਤਰੀਕੇ ਦੇ ਨਾਲ ਇੱਕ ਤਾਂ ਚੋਰੀ ਉੱਤੋਂ ਸੀਨਾ ਚੋਰੀ ਵਾਲੀ ਜਿਹੜੀ ਗੱਲ ਆ ਉਹ ਕਰ ਰਹੀ ਆ। ਸੋ ਵੈਸਟ ਜਿਹੜਾ ਆ ਉਹਦੇ ਵਿੱਚ ਇੰਡੀਆ ਦੀ ਛਵੀ ਇਸ ਪੂਰੇ ਮਾਮਲੇ ਦੇ ਨਾਲ ਉਸ ਉੱਤੇ ਜ਼ਰੂਰ ਕਈਆਂ ਦੇ ਮਨਾਂ ਦੇ ਵਿੱਚ ਜਿਹੜੇ ਸਵਾਲ ਆ ਉਹ ਉੱਠੇ ਹੋਣਗੇ। ਨੋ ਡਾਊਟ ਜਿਹੜੇ ਉਸਦੇ ਸਮਰਥਕ ਆ ਉਹ ਕਹਿਣਗੇ ਜੀ ਨਹੀਂ ਨਹੀਂ ਬੱਲੇ ਬੱਲੇ ਆ, ਪਰ ਇਹ ਸਿਰਫ ਤੇ ਸਿਰਫ ਇਸ ਟਾਈਮ ਬਾਕੀਆਂ ਦੇ ਮਨਾਂ ਦੇ ਵਿੱਚ ਇਹਦਾ ਕੀ ਅਸਰ ਪੈਂਦਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣ ਵਾਲੀਆਂ ਆ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਦੋਂ ਉਹ ਬੋਲੇ ਨੇ ਤੇ ਇੱਥੇ ਹੁਣ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਘੁਸਪੈਠ ਆ ਉਹ ਚੱਲ ਰਹੀ ਆ। ਕਾਫੀ ਚਿਰਾਂ ਤੋਂ ਬਹੁਤ ਸਾਰੇ ਜਿਹੜੇ ਸਿੱਖਾਂ ਨੂੰ ਇਹ ਸ਼ੱਕ ਸੀਗਾ ਵੀ ਇਹ ਇਦਾਂ ਕਰ ਸਕਦੇ ਆ ਜਾਂ ਇਹ ਕਰ ਰਹੇ ਹੋਣਗੇ, ਪਰ ਭਾਈ ਨਿੱਜਰ ਹੁਣਾਂ ਦੇ ਜਿਹੜੇ ਕਤਲ ਤੋਂ ਬਾਅਦ ਦੇ ਵਿੱਚ ਇਹ ਚੀਜ਼ ਸ਼ਰੇਆਮ ਚਿੱਟੇ ਦਿਨ ਵਾਂਗੂ ਜਿਹੜੀ ਆ ਉਹ ਸਾਹਮਣੇ ਆ ਗਈ ਆ ਵੀ ਕਿੰਨੇ ਵੱਡੇ ਪੱਧਰ ਦੇ ਉੱਤੇ ਕਿੰਨੇ ਮੁਲਕਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਇਹ ਤਾਂ ਭੁੱਲ ਜਾਂਦੇ ਆ ਵੀ ਜਿਹੜਾ ਸਿੱਖਾਂ ਦਾ ਇਤਿਹਾਸ ਹੀ ਇਦਾਂ ਆ, ਜਿੰਨੇ ਵੀ ਦੱਬਣ ਦੀ ਕੋਸ਼ਿਸ਼ ਕਰਦੇ ਆ ਉਹ ਚੀਜ਼ ਦੇ ਵਿੱਚ ਕਦੀ ਕਾਮਯਾਬ ਨਹੀਂ ਹੋਏ। ਦੂਣ ਸਵਾਏ ਹੋ ਕੇ ਹੀ ਜਿਹੜੇ ਸਿੱਖ ਉਸ ਦੇ ਵਿੱਚੋਂ ਨਿਕਲੇ ਆ। ਜਿੰਨਾ ਦੱਬਣ ਦੀ ਕੋਸ਼ਿਸ਼ ਕਰੋਗੇ ਓਨਾ ਜ਼ਿਆਦਾ ਜਿਹੜਾ ਆ ਇਹ ਜ਼ੋਰ ਲਾ ਕੇ ਜੋ ਉਹਨਾਂ ਦੇ ਨਾਲ ਧੱਕਾ ਹੋਇਆ ਆ ਤੇ ਜਾਂ ਹੋ ਰਿਹਾ ਆ ਉਸ ਦੀ ਆਵਾਜ਼ ਨੂੰ ਜਿਹੜੇ ਸਿੱਖ ਆ ਉਹ ਚੁੱਕਦੇ ਰਹਿਣਗੇ। ਜੀ, ਸੈਕਰਾਮੈਂਟੋ ਵੀ ਅੱਗੇ ਜਾ ਕੇ ਲਿਖਦਾ, ਕਹਿੰਦੇ ਭਈ ਜਦੋਂ ਤੋਂ ਹੀ ਪ੍ਰਾਈਮ ਮਿਨਿਸਟਰ ਮੋਦੀ ਬਣੇ ਆ ਇੰਡੀਆ ਦੇ 2014 ਤੋਂ, ਕਹਿੰਦੇ ਭਈ ਜੋ ਸਿੱਖ ਐਕਟਿਵਿਜ਼ਮ ਆ ਕੈਲੀਫੋਰਨੀਆ ਦੇ ਵਿੱਚ, ਕੈਨੇਡਾ ਦੇ ਵਿੱਚ, ਉਹਨਾਂ ਨੇ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਪ੍ਰੈਸ਼ਰ ਰੱਖਿਆ ਹੋਇਆ। 2016 ਦੇ ਵਿੱਚ ਇੰਡੀਅਨ ਕੌਂਸਲੇਟ ਦਾ ਜੋ ਸੈਨ ਫਰਾਂਸਿਸਕੋ ਦੇ ਵਿੱਚ ਆਫਿਸ ਆ, ਉਹਨਾਂ ਨੇ ਕਹਿੰਦੇ ਭਈ ਅਨਯੂਜ਼ੁਅਲ ਮੂਵ ਕੀਤਾ, ਕਿਉਂਕਿ ਫ੍ਰਿਜਨੋ ਸਿਟੀ ਕੌਂਸਲ ਵਾਲੇ ਇੱਕ ਰੈਜ਼ੋਲੂਸ਼ਨ ਲੈ ਕੇ ਆ ਰਹੇ ਸੀ 1984 ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੋਇਆ ਆਪਣੇ ਥੋੜੇ ਦਿਨਾਂ ਤੱਕ ਨਵੰਬਰ ਦੇ ਜੋ ਫਸਟ ਵੀਕ ਦੇ ਵਿੱਚ ਵਾਪਰਿਆ ਸੀ। ਦਿੱਲੀ ਤਾਂ ਹੋਰ ਇੰਡੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਨੂੰ ਟਾਇਰਾਂ ਜਿਹੜੇ ਆ ਉਹਨਾਂ ਦੇ ਗਲਾਂ 'ਚ ਪਾ ਕੇ ਮਾਰ ਦਿੱਤਾ ਸੀ। ਸੋ ਉਹ ਕੱਲੇ ਕਹਿੰਦੇ ਫ੍ਰਿਜਨੋ ਦੇ ਸਿਟੀ ਕੌਂਸਲ ਮੈਂਬਰ ਨੂੰ ਮਿਲੇ ਤੇ ਇਸ ਰੈਜ਼ੋਲੂਸ਼ਨ ਨੂੰ ਪਾਸ ਨਾ ਕੀਤਾ ਜਾਵੇ। ਇਹ ਸਿੱਧੀ ਜਿਹੜੀ ਆ ਇੰਟਰਫੀਰੈਂਸ ਸੀ ਕਿਸੇ ਬਾਹਰ ਦੀ ਸਰਕਾਰ ਦੀ ਅਮਰੀਕਾ ਦੇ ਵਿੱਚ। ਕਹਿੰਦੇ ਵੀ ਉਹਦੇ ਨਾਲ ਕੀ ਹੋਇਆ, 9 ਮਹੀਨੇ ਉਹ ਰੈਜ਼ੋਲੂਸ਼ਨ ਡਿਲੇ ਹੋ ਗਿਆ। ਅਲਟੀਮੇਟਲੀ ਉਹ ਰੈਜ਼ੋਲੂਸ਼ਨ ਫ੍ਰਿਜਨੋ ਸਿਟੀ ਨੇ ਪਾਸ ਕੀਤਾ। ਉਸ ਤੋਂ ਐਗਜ਼ੈਕਟਲੀ 7 ਸਾਲਾਂ ਬਾਅਦ ਜਸਮੀਤ ਕੌਰ ਬੈਂਸ ਜੋ ਬੇਕਰਸਫੀਲਡ ਤੋਂ ਫਰਸਟ ਅਸੈਂਬਲੀ ਮੈਂਬਰ ਚੁਣੇ ਜਾਂਦੇ ਆ 2022 ਦੇ ਵਿੱਚ, ਉਹ ਕਹਿੰਦੇ ਵੀ ਜਦੋਂ ਮੈਂ 1984 ਦਾ ਸਿੱਖ ਜੈਨੋਸਾਈਡ ਦਾ ਮਤਾ ਲੈ ਕੇ ਆਈ ਕੈਲੀਫੋਰਨੀਆ ਸਟੇਟ ਦੇ ਅੰਡਰ, ਜੋ ਸਟੇਟ ਵਿੱਚ ਵੀ ਪਾਸ ਕੀਤਾ ਗਿਆ, ਉਹ ਤੋਂ ਬਾਅਦ ਮੇਰਾ ਜਿਹੜਾ ਬੈਕਲੈਸ਼ ਆ ਬਹੁਤ ਜ਼ਿਆਦਾ ਹੋਇਆ। ਕਹਿੰਦੀ ਵੀ ਮੇਰੇ ਆਫਿਸ ਦੇ ਵਿੱਚ 4 ਜਣੇ ਬੰਦੇ ਆਏ ਤੇ ਉਹਨਾਂ ਨੇ ਪਹਿਲਾਂ ਆ ਕੇ ਤਾਂ ਇਹ ਕਿਹਾ ਵੀ ਤੁਸੀਂ ਇਹ ਕਿਹੜਾ ਸਟੈਂਡ ਲੈ ਰਹੇ ਆ ਵੀ ਜਿਹੜੇ ਸਿੱਖ ਆ ਉਹ ਤਾਂ ਹਿੰਦੂਆਂ ਨੂੰ ਪ੍ਰੋਟੈਕਟ ਕਰਨ ਲਈ ਜਿਹੜੇ ਕੌਮ ਬਣੀ ਸੀਗੀ। ਤੇ ਉਹ ਕਹਿੰਦੀ ਵੀ ਜਦੋਂ ਮੈਂ ਕਿਹਾ ਵੀ ਇਹ ਆਫੈਂਸਿਵ ਆ, ਮੇਰੀ ਜਿਹੜੀ ਆਇਡੈਂਟੀਟੀ ਹੈਗੀ ਆ ਇਹ ਤੋਂ ਵੀ ਕਿਤੇ ਵੱਧ ਹੈਗੀ ਆ ਐਜ਼ ਏ ਸਿੱਖ ਅਮਰੀਕਨ। ਤੇ ਕਹਿੰਦੀ ਵੀ ਉਸ ਬੰਦੇ ਨੇ ਮੈਨੂੰ ਯੈਲ ਕਰਕੇ ਤੇ ਮੇਰੇ ਵੱਲ ਇੱਕ ਉਂਗਲ ਉਠਾ ਕੇ ਕਿਹਾ ਵੀ ਮੈਂ ਦੇਖੂੰਗਾ, ਆਈ ਵਿਲ ਡੂ ਵਟ ਐਵਰ ਇਟ ਟੇਕ ਟੂ ਗੋ ਆਫਟਰ ਪਰਸਨ ਬਿਹਾਈਂਡ ਦਿਸ। ਕਹਿੰਦੀ ਵੀ ਓਪਨ ਚੈਲੰਜ ਸੀਗਾ। ਉਸ ਤੋਂ ਬਾਅਦ
ਜਸਮੀਤ ਕੌਰ ਬੈਂਸ ਨੇ ਕੰਪਲੇਨ ਵੀ ਫਾਈਲ ਕਰ ਦਿੱਤੀ ਬੇਕਰਫੀਲਡ ਪੁਲਿਸ ਡਿਪਾਰਟਮੈਂਟ ਦੇ ਕੋਲ ਤੇ ਕੈਲੀਫੋਰਨੀਆ ਹਾਈਵੇ ਸੀਐਸਪੀ ਦੇ ਨਾਲ। ਪੈਟਰੋਲ ਦੇ ਕੋਲ। ਦੇਖੋ ਜੇ ਕੈਲੀਫੋਰਨੀਆ ਦੇ ਲੈਜਿਸਲੇਟਰਸ ਨੂੰ ਇਦਾਂ ਦੀ ਜਿਹੜੀ ਥ੍ਰੈਟ ਦਿੱਤੀ ਜਾਂਦੀ ਆ, ਉਹ ਬਹੁਤ ਹੀ ਜਿਹੜੀ ਆ ਮਾੜੀ ਗੱਲ ਹੈਗੀ ਆ। ਕਹਿੰਦੀ ਪਈ ਪਰ ਮੈਂ ਆਪਣੇ ਜਿਹੜੇ ਸਿਧਾਂਤ ਆ ਉਹਦੇ ਤੇ ਪੂਰੀ ਤਰ੍ਹਾਂ ਖੜੀ ਰਹੂੰਗੀ। ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਬੋਲੇ ਤੇ ਕਹਿੰਦੀ ਪਈ ਇਹ ਬਿਲਕੁਲ ਸੇਮ ਫੀਲਿੰਗ ਸੀ ਕੈਲੀਫੋਰਨੀਆ 6 ਦੇ ਵਿੱਚ, ਵੀ ਇਹ ਬਿਲਕੁਲ ਸਹੀ ਆ ਵੀ ਜੋ ਸਿੱਖ ਆ ਉਹਨਾਂ ਦਾ ਕੰਸਰਨ ਹੈਗਾ, ਉਹ ਸੋਚ ਹੀ ਰਹੇ ਆ ਵੀ ਜੋ ਇੰਡੀਆ ਨੇ ਕੀਤਾ ਇਹਦੇ ਵਿੱਚ ਇੰਡੀਆ ਵਾਲੇ ਇਨਵੋਲਵ ਹੈਗੇ ਆ। ਸੋ ਇਹ ਕਹਿੰਦੀ ਪ੍ਰੂਫ ਹੈਗਾ। ਸੋ ਬਹੁਤ ਵੱਡੀ ਜਿਹੜੀ ਰਿਪੋਰਟ ਆ ਇਹ ਸੈਕਰਾਮੈਂਟੋ ਬੀ ਨੇ ਜਿਹੜੀ ਛਾਪੀ ਆ। ਤੁਸੀਂ ਦੇਖਿਆ ਹੋਣਾ ਪਿਛਲੇ ਕੁਝ ਹਫ਼ਤੇ ਪਹਿਲਾਂ ਜਦੋਂ ਪ੍ਰੋਪੋਜੀਸ਼ਨ 553 ਜਿਹੜੀ ਬਿੱਲ ਸੀਗਾ, ਉਹਦਾ ਕਾਫੀ ਵਿਰੋਧ ਚੱਲ ਰਿਹਾ ਸੀ ਤੇ ਕਈ ਲੋਕ ਜਿਹੜੇ ਆ ਕੋਈ ਐਸੋਸੀਏਸ਼ਨਾਂ ਬਣਾਈ ਫਿਰਦੇ, ਉਹਦੇ ਝੂਠਾ ਉਹ ਰੇਡੀਓ ਤੇ ਕਈਆਂ ਤੇ ਜਾ ਕੇ ਬੋਲਦੇ ਸੀ, ਦੇਖੋ ਜੀ ਜਸਮੀਤ ਕੌਰ ਬੈਂਸ ਨੂੰ ਥ੍ਰੈਟਾਂ ਆਈਆਂ। ਸੋ ਅਸਲੀ ਥ੍ਰੈਟ ਇਹ ਸੀਗੀ, ਉਸ ਜਦ ਵੇਲੇ ਕਿ ਬੋਲੇ ਉਹ ਨਾ। ਕਿੱਦਾਂ ਉਹਦੇ ਨਾਲ ਕੰਸਰਨ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ। ਬਿਲਕੁਲ ਬਿਲਕੁਲ। ਸੋ ਇਹ ਬਹੁਤ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕਿਤੇ ਕਿਤੇ ਵੀ ਬੋਲ ਰਿਹਾ, ਕਿਉਂਕਿ ਹੁਣ ਕੈਲੀਫੋਰਨੀਆ 'ਚ ਜ਼ਿਆਦਾ ਨੇ ਸਿੱਖ, ਇੱਥੇ ਐਕਟਿਵਿਜ਼ਮ ਜ਼ਿਆਦਾ ਆ। ਹੁਣ ਨਵੰਬਰ ਦੇ ਵਿੱਚ ਨਗਰ ਕੀਰਤਨ ਆਉਣਾ ਯੂਬਾ ਸਿਟੀ ਦੇ ਵਿੱਚ, ਉੱਥੇ ਵੀ ਪੂਰੀ ਜਿਹੜੀ ਸਿੱਖ ਆਜ਼ਾਦ ਦੀਆਂ ਸਿੱਖ ਹੋਮਲੈਂਡ ਦੀ ਗੱਲ ਕਰਦੀ ਹੈ, ਗੱਲ ਹੁੰਦੀ ਆ। ਸੋ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਰੜਕਦੀਆਂ ਹੈ। ਸੋ ਉੱਦਾਂ ਦੇ ਪਿੱਛੇ ਆਉਣ ਦੀ ਇਹ ਕੋਸ਼ਿਸ਼ ਕਰ ਰਹੇ ਆ, ਪਰ ਇਹ ਨੰਗੇ ਹੋ ਚੁੱਕੇ ਨੇ ਇਸ ਦੇ ਵਿੱਚ, ਇਹ ਪੂਰੀ ਤਰ੍ਹਾਂ ਨੰਗੇ ਹੋ ਚੁੱਕੇ ਆ। ਤੇ ਸਿੱਖਾਂ ਨੂੰ ਨਾ, ਜਿਹੜੇ ਵੀ ਤੁਸੀਂ ਕਿਸੇ ਵੀ ਧੜੇ ਦੇ ਨਾਲ ਹੈਗੇ ਆ ਭਾਵੇਂ ਜੁੜੇ, ਇਹ ਸਾਰੇ ਆਪਣੀਆਂ ਚੀਜ਼ਾਂ ਨੂੰ ਭੁੱਲ ਭੁਲਾ ਕੇ ਇਸ ਸਾਰੀ ਚੀਜ਼ ਦੇ ਵਿੱਚ ਚੱਲਣਾ ਚਾਹੀਦਾ ਆ। ਅੱਜ ਭਾਈ ਇਹ ਬਾਕੀਆਂ ਨੂੰ ਕਰਨ ਦੇ, ਇਹਨਾਂ ਨੇ ਇਹ ਨਹੀਂ ਦੇਖਣਾ ਵੀ ਤੁਸੀਂ ਕਿਹੜੇ ਧੜੇ ਦੇ ਨਾਲ ਆ। ਬਾਅਦ ਚ ਇਵੈਂਚੁਅਲੀ ਉਹਨਾਂ ਨੇ ਸਾਰਿਆਂ ਨੇ ਤੁਹਾਨੂੰ ਇੱਕੋ ਰੱਸੇ ਹੀ ਬੰਨਣਾ ਹੁੰਦਾ ਆ। ਸੋ ਸਾਰੇ ਸਿੱਖਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਆ, ਆਪਣੀ ਯੂਨਿਟੀ, ਆਪਣੀ ਪਾਵਰ ਜਿਹੜੀ ਆ ਉਹ ਦਿਖਾਉਣ ਦੀ ਜਿਹੜੀ ਉਹ ਜ਼ਰੂਰਤ ਆ। ਅੱਜ ਦੇਖੋ ਹਰਜੋਤ ਸਿੰਘ ਜੀ, ਇਜ਼ਰਾਈਲ ਤੇ ਹਮਾਸ ਦਾ ਜੋ ਮੁੱਦਾ ਜਿਹੜਾ ਉਹ ਚੱਲ ਰਿਹਾ ਆ, ਜਿਨ੍ਹਾਂ ਦੇ ਉੱਤੇ ਇੰਨਾ ਘਾਣ ਹੋਇਆ ਹੋਵੇ, ਤੇ ਜਦੋਂ ਉਹ ਘਾਣ ਕਰਨ ਲੱਗ ਜਾਣ ਤਾਂ ਵੀ ਲੋਕ ਉਹਨਾਂ ਦੀ ਅੰਨ੍ਹੇਵਾਹ ਪੂਰੀ ਸਪੋਰਟ ਕਰ ਰਹੇ ਆ। ਉਹ ਇਕਜੁੱਟ ਹੋਏ ਪਏ ਨੇ, ਇਹ ਨਹੀਂ ਕਹਿ ਰਹੇ ਵੀ ਆਪਾਂ ਗਲਤ ਕੰਮ ਕਰਨਾ ਹੈ। ਉਹ ਨਹੀਂ ਇਹਦੇ ਵਿੱਚੋਂ ਚੀਜ਼ ਕੱਢਣ ਦੀ ਗੱਲ, ਇਹਦੇ ਵਿੱਚੋਂ ਗੱਲ ਇਹ ਆ ਵੀ ਇਕਜੁੱਟ ਨੇ ਸਾਰੇ ਜਾਣੇ, ਵੀ ਭਾਈ ਜਿੱਦਾਂ ਮਰਜ਼ੀ ਜਿਹੜਾ ਹੋਈ ਜਾਵੇ, ਆਪਾਂ ਤਾਂ ਗੱਲ ਹੀ ਜਿਹੜੀ ਉਹ ਸਹੀ ਚੀਜ਼ ਦੇ ਲਈ ਕਰ ਰਹੇ ਆ। ਨਾ ਅਸੀਂ ਕਦੀ ਕਿਸੇ ਦਾ ਘਾਣ ਦੀ ਮੰਗ ਕੀਤੀ ਹੈ ਤੇ ਨਾ ਹੀ ਕਰਦੇ ਆ। ਇਹੀ ਆ ਵੀ ਭਾਈ ਜਿਹੜੇ ਹੱਕ ਆ, ਜਿਹੜੀ ਚੀਜ਼ ਬਣਦੀ ਆ ਉਹ ਮਿਲਣੀ ਚਾਹੀਦੀ ਆ, ਜਿਹੜੇ ਹੱਕ ਆ ਉਹ ਹੋਣੇ ਚਾਹੀਦੇ ਆ। ਤੇ ਜਿਹੜੀ ਇੱਕ ਵੱਖਰੇ ਦੇਸ਼ ਦੀ ਇਹ ਮੰਗ ਕਰ ਰਹੇ ਆ, ਉਸ ਦੇ ਉੱਤੇ ਵਿਚਾਰ ਹੋਣਾ ਚਾਹੀਦਾ, ਉਸ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਵੀ ਜੇ ਉਹ ਗੱਲ ਕੋਈ ਕਰਦਾ ਤੇ ਕਿਉਂ ਉਹਨਾਂ ਨੂੰ ਜਿਹੜੀ ਉਹ ਰੜਕਦੀ ਆ। ਹੁਣ ਕਿਊਬੈਕ ਵਰਗੀ ਜਿਹੜੀ ਪ੍ਰੋਵਿੰਸ ਆ, ਉਹ ਕੈਨੇਡਾ ਦੇ ਨਾਲੋਂ ਵੱਖਰਾ ਮੁਲਕ ਬਣਾਉਣ ਦੇ ਲਈ ਰੈਫਰੈਂਡਮ ਜਿਹੜੀ ਉਹ ਕਰਵਾਉਂਦੀ ਆ। ਉੱਥੇ ਤਾਂ ਨਹੀਂ ਕੋਈ ਇਦਾਂ ਕੈਨੇਡੀਅਨਸ ਕਿਊਬੈਕ ਦੇ ਉੱਤੇ ਉਲਟ ਜਿਹੜਾ ਉਹ ਇਦਾਂ ਕਹਿ ਰਹੇ, ਜਾਂ ਉੱਥੇ ਦੀ ਸਰਕਾਰ ਜਿਹੜੀ ਉਹਨਾਂ ਨੂੰ ਭੰਡ ਰਹੀ ਆ, ਤਾਂ ਵੀ ਜਿਹੜੀ ਉਹਨਾਂ ਦੇ ਸਦਨ ਦੇ ਵਿੱਚ ਉਹਨਾਂ ਦੀ ਪਾਰਟੀ ਆ ਕੇ ਬਹਿੰਦੀ ਆ। ਬਲਾਕ ਜਿਹੜੇ ਕੁਬੈਕ ਵਾਲੇ ਹੈਗੇ ਆ ਉਹ ਬਹਿੰਦੇ ਆ, ਅਗਲੇ ਚਾਹੇ ਉਹ ਵਿਰੋਧ 'ਚ ਹੋਣ ਚਾਹੇ ਸਰਕਾਰ ਦੇ ਨਾਲ ਹੋਣ, ਅਗਲੇ ਗੱਲਾਂ ਬਾਤਾਂ ਕਰਦੇ ਆ। ਕੋਈ ਇਦਾਂ ਤਾਂ ਨਹੀਂ ਉਹਨਾਂ ਨੇ ਕੀਤਾ ਵੀ ਉਹਨਾਂ ਨੂੰ ਟੈਰਰਿਸਟ ਦਾ ਟੈਗ ਦੇ ਦਿੱਤਾ ਆ, ਦੇਸ਼ ਧਰੋਹੀ ਦਾ ਟੈਗ ਜਿਹੜਾ ਉਹਨਾਂ ਨੇ ਦੇ ਦਿੱਤਾ ਆ। ਹੋਰ ਬਥੇਰੇ ਇਦਾਂ ਦੇ ਜਿਹੜੇ ਚੱਲ ਰਹੇ ਹੁੰਦੇ ਆ। ਸੋ ਇਹ ਉਹਨਾਂ ਦੀ ਇੱਕ ਕੋਝੀ ਜਿਹੜੀ ਉਹ ਸਾਜ਼ਿਸ਼ ਆ। ਉਹਨਾਂ ਨੇ ਇਹ ਇਸ ਟਾਈਮ ਮਿੱਥਿਆ ਆ ਵੀ ਭਾਈ ਸਿੱਖਾਂ ਨੂੰ ਤੇ ਪੰਜਾਬ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਉਣਾ ਆ। ਹੁਣ ਜਿਹੜਾ ਕੈਨੇਡਾ ਦੇ 41 ਡਿਪਲੋਮੈਟ ਵਾਪਸ ਲਏ ਗਏ ਆ, ਜੇ ਉਹਦੇ ਤੇ ਹੀ ਹਰਜੋਤ ਸਿੰਘ ਦੀ ਗੱਲ ਕਰ ਲਈਏ ਤਾਂ ਸਭ ਨੂੰ ਹੀ ਪਤਾ ਹੈ ਵੀ ਪੰਜਾਬ ਤੋਂ ਜ਼ਿਆਦਾ ਲੋਕ ਜਾ ਰਹੇ ਆ। ਨੁਕਸਾਨ ਕਿਹਦੇ ਹੋਣਾ, ਖੱਜਲ ਕਿਹਨਾਂ ਨੇ ਸਭ ਤੋਂ ਜ਼ਿਆਦਾ ਜਿਹੜਾ ਉਹ ਹੋਣਾ, ਪੰਜਾਬੀਆਂ ਦੇ ਨਾਲ ਜਿਹੜੀ ਆ ਕਿਤੇ ਨਾ ਕਿਤੇ ਤਰੀਕੇ ਦੇ ਨਾਲ ਹਰ ਇੱਕ ਢੰਗ ਦੇ ਵਿੱਚ ਉਹਨਾਂ ਦੇ ਨਾਲ ਕੱਢਣ ਦੀ ਜਿਹੜੀ ਉਹ ਇਸ ਟਾਈਮ ਪੂਰੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਆ। ਪਰ ਇੰਡੀਆ ਦਾ ਜਿਹੜਾ ਚਿਹਰਾ ਆ ਉਹ ਨੰਗਾ ਹੁੰਦਾ ਜਾ ਰਿਹਾ ਆ। ਪਰ ਜਿੰਨੀ ਉੱਥੇ ਨਫ਼ਰਤ ਇਸ ਟਾਈਮ ਫੈਲਾਈ ਜਾ ਰਹੀ ਆ, ਫੈਲ ਚੁੱਕੀ ਆ, ਉਹ ਰਹਿ ਰੱਬ ਦਾ ਨਾਂ ਹੀ ਆ ਵੀ ਖਿਡਾਰੀਆਂ ਤੱਕ ਨੂੰ ਵੀ ਜਿਹੜਾ ਆ ਉੱਥੇ ਬਖਸ਼ਿਆ ਨਹੀਂ ਜਿਹੜਾ ਹੋ ਜਾਂਦਾ। ਅੱਜ ਕੋਈ ਗੱਲ ਕਰਕੇ ਦੇਖੇ ਤਾਂ ਵੇਖਿਓ ਉਹਨਾਂ ਦੇ ਥੱਲੇ ਕਮੈਂਟ ਦੀਆਂ ਉਹਦੇ ਬਾਰੇ ਕਿੱਦਾਂ ਦੇ ਪੁੱਠੇ ਸਿੱਧੇ ਬਿਆਨ ਜਿਹੜੇ ਆ ਉਹ ਆ ਜਾਣਗੇ ਜੀ। ਸੋ ਬਿਲਕੁਲ, ਸੋ ਜਾਂਦੇ ਦੱਸਦੀ ਜਾਈਏ, ਜਿਹੜਾ ਆਸਟ੍ਰੇਲੀਅਨ ਇੰਟੈਲੀਜੈਂਸ ਚੀਫ ਆ, ਉਹਨਾਂ ਨੇ ਇੰਡੀਆ ਦੀ ਸਰਕਾਰ ਦੀ, ਇੰਡੀਅਨ ਏਜੰਸੀ ਦੀਆਂ ਧੱਜੀਆਂ ਉਡਾਤੀਆਂ। ਉਹ ਕਹਿੰਦੇ ਵੀ ਸਾਡੇ ਮੁਲਕ 'ਚ ਇਹ ਕੁਝ ਨਹੀਂ ਹੋਣ ਦਊਂਗੇ ਅਸੀਂ, ਜੋ ਕੁਝ ਕੈਨੇਡਾ 'ਚ ਵਾਪਰ ਗਿਆ ਆ। ਸੋ ਕਹਿੰਦੇ ਵੀ ਪੂਰੀ ਦੁਨੀਆ ਜਿਹੜੀ ਆ ਉਹ ਕੈਨੇਡਾ ਦੇ ਨਾਲ ਹੈਗੀ ਆ
ਤੇ ਜੇ ਕੋਈ ਵੀ ਜਿਹੜਾ ਬਾਹਰਲੀ ਸਰਕਾਰ ਆ ਕੇ ਅੱਤਵਾਦੀ ਕਾਰਵਾਈ ਕਰੂਗੀ, ਉਹਨੂੰ ਜਿਹੜਾ ਕਰੜੇ ਹੱਥਾਂ ਦੇ ਨਾਲ ਜਿਹੜਾ ਆ ਨਿਪਟਿਆ ਜਾਊਗਾ ਤੇ ਕੌਂਸਲੇਟਾਂ ਚੋਂ ਵੀ ਕੱਢਿਆ ਜਾਊਗਾ। ਸੋ ਇੱਥੇ ਇਹ ਵੀ ਗੱਲ ਬਣਦੀ ਆ ਵੀ ਬਹੁਤ ਸਾਰੇ ਜਿਹੜੇ ਕੌਂਸਲੇਟ ਹੈਗੇ ਆ, ਉਹਨਾਂ ਦੇ ਇਨਫਾਰਮਰ ਹੈਗੇ ਆ, ਉਹ ਵੀ ਪਛਾਣਨ ਦੀ ਜ਼ਰੂਰਤ ਹੈਗੀ ਆ। ਇਦਾਂ ਨਾ ਹੋਵੇ ਵੀ ਆਪਾਂ ਪਾਰਟੀਆਂ ਦੇ ਵੀ ਨਾਲ ਉਹਨਾਂ ਦੇ ਕਰੀ ਜਾਂਦੇ ਆ ਤੇ ਮੁੜ ਕੇ ਉਹ ਤੁਹਾਡੀ ਇਨਫੋਰਮੇਸ਼ਨ ਵੀ ਦੇਈ ਜਾਂਦੇ ਆ। ਅਮਰੀਕਾ ਦੇ ਵਿੱਚ ਜੇ ਅਮਰੀਕਨ ਸਿਟੀਜ਼ਨ ਨੂੰ ਕੋਈ ਵੀ ਇੰਟੀਮੀਡੇਟ ਕਰਦਾ ਹੈ ਬਾਹਰ ਦੀ ਸਰਕਾਰ ਵਾਲਾ, ਤੇ ਇਮੀਡੀਏਟਲੀ FBI ਨੂੰ ਇਨਫੋਰਮ ਕਰੋ। ਉਹਨਾਂ ਨੇ ਸਪੈਸ਼ਲ ਆਫਿਸ ਬਣਾਏ ਹੋਏ ਆ ਇਸ ਗੱਲ ਦੇ ਲਈ। ਕੋਈ ਵੀ ਬਾਹਰ ਦੀ ਸਰਕਾਰ ਦਾ ਬੰਦਾ ਤੁਹਾਨੂੰ ਥ੍ਰੈਟ ਨਹੀਂ ਕਰ ਸਕਦਾ। ਬਿਲਕੁਲ ਉਹੀ ਚੀਜ਼ ਹੈ। ਜਦੋਂ ਭਾਈ ਨਿੱਜਰ ਦੇ ਸੰਸਕਾਰ ਦੇ ਮੌਕੇ ਕਿੰਨੇ ਫੜੇ ਸੀਗੇ ਉੱਥੋਂ ਦੇ ਜਿਹੜੇ ਨੌਜਵਾਨਾਂ ਨੇ, ਉੱਥੇ ਦੇ ਲੋਕਾਂ ਨੇ, ਵੀ ਕਿੱਦਾਂ ਵੀਡੀਓ ਤਸਵੀਰਾਂ ਬਣਾ ਕੇ ਜਿਹੜੇ ਸਪੈਸ਼ਲ ਘੱਲੀਆਂ ਜਾ ਰਹੀਆਂ ਸੀਗੀਆਂ, ਚਾਹੇ ਉਹ CIA ਦਾ ਸਟਾਫ ਹੋਵੇ ਉੱਥੇ ਦਾ, ਤੇ ਚਾਹੇ NIA ਦਾ ਹੈ, ਤੇ ਜਾਂ ਉਹ ਜਿਹੜੇ ਵੀ ਉਹਨਾਂ ਦੇ ਹੁਕਮਰਾਨ ਆ ਉੱਥੇ ਤਾਈਂ। ਸੋ ਇੱਥੇ ਵੀ ਉਹਨਾਂ ਨੂੰ ਜਿਹੜਾ ਉਹ ਨੰਗੀਆਂ ਚਿੱਟੀਆਂ ਕਰਨ ਦੀ ਜ਼ਰੂਰਤ ਆ। 5 ਆਈਜ਼ ਦੀ ਸਮਿਟ ਚੱਲ ਰਹੀ ਆ ਜਿਹੜੀ ਇਸ ਟਾਈਮ ਜਿਹੜੀ ਹਰਜੋਤ ਸਿੰਘ ਜੀ ਹੋਈ ਆ। ਇਹ FBI ਤੇ ਸਿਕਿਉਰਿਟੀ ਲੀਡਰਸ ਇਹ 5 ਮੁਲਕਾਂ ਦੇ ਪਾਲੋ ਆਲਟੋ ਦੇ ਵਿੱਚ ਰੀਸੈਂਟਲੀ ਮਿਲ ਕੇ ਜਿਹੜੇ ਉਹ ਹਟੇ ਨੇ, ਤੇ ਉਸੇ ਦਰਮਿਆਨ ਹੀ ਇਹ ASIO ਜਿਹੜਾ ਆਸਟ੍ਰੇਲੀਅਨ ਸਿਕਿਉਰਿਟੀ ਦੀ ਇੰਟੈਲੀਜੈਂਸ ਆਫਿਸਰ ਦੇ ਮੇਨ ਨੇ ਮਾਈਕ ਬਰਗਸ, ਉਹਨਾਂ ਨੇ ਇਹ ਗੱਲਬਾਤ ਦੇ ਵਿੱਚ ਕਲੀਅਰ ਕਰ ਦਿੱਤਾ ਵੀ ਭਾਈ ਸਾਡੇ ਕੋਲ ਇਦਾਂ ਦਾ ਕੋਈ ਕਾਰਨ ਨਹੀਂ ਵੀ ਇਹ ਐਲੀਗੇਸ਼ਨ ਨੂੰ ਅਸੀਂ ਹੋਰ ਢੰਗ ਦੇ ਨਾਲ ਦੇਖੀਏ। ਉਹ ਸ਼ਰੇਆਮ ਉਹਨਾਂ ਦੇ ਕੋਲ ਐਵੀਡੈਂਸ ਹੈਗਾ ਆ, ਤੇ ਨਾਲ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਨਾਲ ਚੇਤਾਵਨੀ ਵੀ ਦੇ ਦਿੱਤੀ, ਜੇ ਇਦਾਂ ਆਸਟ੍ਰੇਲੀਆ 'ਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਵੀ ਉਹਨਾਂ ਨੂੰ ਖਾਲੀ ਹੱਥ ਨਹੀਂ ਜਿਹੜਾ ਮੋੜਿਆ ਜਾਊਗਾ। ਹੁਣ ਦੇਖੋ ਉਹਨਾਂ ਨੇ ਕਲੀਅਰ ਕਰ ਹੀ ਦਿੱਤਾ ਸੀਗਾ, ਆਸਟ੍ਰੇਲੀਆ ਦੇ ਮੰਦਿਰਾਂ ਦੇ ਬਾਹਰ ਲਿਖਣ ਵਾਲੇ ਕਿਹੜੇ ਨਿਕਲੇ, ਉਹਨਾਂ ਦੇ ਆਪਣੇ ਹੀ ਬੰਦੇ, ਖੁਦ ਦੇ ਜਿਹੜੇ ਪੁਜਾਰੀ ਉਹੀ ਮੰਦਿਰਾਂ 'ਚ ਕੰਮ ਕਰਨ ਵਾਲੇ ਆਪ ਹੀ ਲਿਖ ਕੇ, ਤੇ ਸਿੱਖਾਂ ਨੂੰ ਕਿੱਦਾਂ ਬਦਨਾਮ ਜਿਹੜਾ ਉਹਨਾਂ ਨੇ ਪੂਰਾ ਜਿਹੜਾ ਉਹ ਕੀਤਾ। ਹੁਣ ਰੀਸੈਂਟਲੀ 6 ਲਾਈਵ ਮੈਟਰ ਕਰਕੇ ਉੱਥੇ ਮਾਰਚ ਕੱਢਿਆ ਗਿਆ, ਜਿੱਥੇ ਆਸਟ੍ਰੇਲੀਆ ਦੇ ਅਧਿਕਾਰੀਆਂ ਨੂੰ ਇਹ ਮੰਗ ਕੀਤੀ ਗਈ ਵੀ ਭਾਈ ਇਸ ਚੀਜ਼ ਨੂੰ ਹੋਰ ਕਲੀਅਰਲੀ ਜਿਹੜਾ ਉਹ ਦੱਸਿਆ ਜਾਵੇ ਵੀ ਕਿਹੜੇ ਲੋਕ ਇਸ ਪੂਰੀ ਚੀਜ਼ ਦੇ ਵਿੱਚ ਜਿਹੜੇ ਉਹ ਸ਼ਾਮਲ ਸੀਗੇ। ਜੀ, ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਆਪਣੇ ਮੁਲਕ 'ਚ ਕੀ ਕੁਝ ਵਾਪਰਿਆ, ਜਿਮ ਜਾਰਡਨ ਨੂੰ ਲੈ ਕੇ ਪ੍ਰੈਜ਼ੀਡੈਂਟ ਬਾਈਡਨ ਹੋਣੀ $106 ਬਿਲੀਅਨ ਕਾਂਗਰਸ ਤੋਂ ਮੰਗਿਆ, ਕਿਸ ਤਰ੍ਹਾਂ USA ਵੀ ਜਿਹੜਾ ਆ ਕਨਫਲਿਕਟ ਦੇ ਵਿੱਚ ਫਸ ਸਕਦਾ ਆ, ਉਹ ਸਾਰਾ ਕੁਝ ਆਪਾਂ ਇਸ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ।
ब्रेक तो बाद एक बारी फिर आप सबका स्वागत है। श्रोते प्रोग्राम चल रहा है जी इस टाइम अपडेट अमेरिका। हरजोत सिंह जी स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ। ਅਗਲੀਆਂ ਖਬਰਾਂ ਵੱਲ ਚੱਲੀਏ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਾਂਗਰਸ ਤੋਂ $106 ਬਿਲੀਅਨ ਐਮਰਜੈਂਸੀ ਫੰਡਿੰਗ ਅੱਜ ਮੰਗੀ ਹੈਗੀ ਆ। ਇਹ ਸਾਰੀ ਜਿਹੜੀ ਫੰਡਿੰਗ ਆ ਇਜ਼ਰਾਈਲ ਨੂੰ, ਯੂਕਰੇਨ ਨੂੰ ਤੇ ਯੂਐਸ ਦਾ ਜੋ ਬਾਰਡਰਸ ਦੀ ਸਿਕਿਉਰਿਟੀ ਦੇ ਲਈ ਮੰਗੀ ਹੈਗੀ। ਕਹਿੰਦੇ ਵੀ ਕ੍ਰਿਟੀਕਲ ਟਾਈਮ ਆ ਗਲੋਬਲ ਕ੍ਰਾਈਸਿਸ ਦੇ ਦੌਰਾਨ, ਜਿਸ ਟਾਈਮ ਦੇ ਉੱਤੇ ਸਾਨੂੰ ਇਹ ਫੰਡਿੰਗ ਚਾਹੀਦੀ ਹੈਗੀ ਆ। ਈਵਨ ਦੋ ਯੂਐਸ ਦੇ ਕੋਲ ਇਸ ਟਾਈਮ ਹਾਊਸ ਸਪੀਕਰ ਵੀ ਨਹੀਂ ਹੈਗਾ। ਆਫਿਸ ਆਫ ਮੈਨੇਜਮੈਂਟ ਤੇ ਬਜਟ ਡਾਇਰੈਕਟਰ ਸ਼ਲਾਂਡਾ ਯੰਗ ਉਹਨਾਂ ਨੇ ਇੱਕ ਲੈਟਰ ਜਿਹੜਾ ਆ ਡਿਟੇਲ ਇਨਫੋਰਮੇਸ਼ਨ ਦੇ ਵਿੱਚ ਹਾਊਸ ਸਪੀਕਰ ਪ੍ਰੋ ਜਿਹੜਾ ਹੈਗਾ ਪੈਟਰਿਕ ਮੈਕਹੈਨਰੀ ਉਹਨਾਂ ਨੂੰ ਭੇਜਿਆ ਹੈਗਾ ਆ। ਇਸ ਤੋਂ ਬਿਨਾਂ
$61 ਬਿਲੀਅਨ ਏਡ ਯੂਕਰੇਨ ਨੂੰ ਮਿਲਟਰੀ ਇਕਵਿਪਮੈਂਟ ਦੇ ਲਈ ਤੇ ਇੰਟੈਲੀਜੈਂਸ ਦੇ ਲਈ ਬਾਈਡਨ ਉਹਨਾਂ ਨੇ ਮੰਗੀ ਹੈਗੀ ਆ। $14.3 ਬਿਲੀਅਨ ਇਜ਼ਰਾਈਲ ਦੇ ਲਈ, $14 ਬਿਲੀਅਨ US ਮੈਕਸੀਕੋ ਬਾਰਡਰ ਦੇ ਲਈ, ਉਹਦੇ ਵਿੱਚ ਹੋਰ ਐਡੀਸ਼ਨਲ ਕਹਿੰਦੇ ਬਾਰਡਰ ਪੈਟਰੋਲ ਏਜੰਟ ਨੂੰ ਹਾਇਰ ਕੀਤਾ ਜਾ ਸਕੇ, ਇਮੀਗ੍ਰੇਸ਼ਨ ਜੱਜਸ ਨੂੰ ਤੇ ਅਸਾਈਲਮ ਆਫੀਸਰਸ ਨੂੰ। $3 ਬਿਲੀਅਨ US ਸਬਮਰੀਨ ਇੰਡਸਟਰੀਅਲ ਬੇਸ ਦੇ ਲਈ। ਇਹ ਸਾਰਾ ਕੁਝ ਜਿਹੜਾ ਆ ਮੰਗਿਆ ਗਿਆ ਆ। ਹੁਣ ਇਹ ਦੇਖੋ ਵੀ ਕਾਂਗਰਸ ਕਿੰਨਾ ਕੁ ਜਿਹੜਾ ਪੈਸਾ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਦਿੰਦੀ ਹੈਗੀ ਆ। ਜੀ, ਕਾਂਗਰਸ ਤਾਂ ਦਊਗੀ ਜੇ ਕਾਂਗਰਸ ਚੱਲੂਗੀ, ਤੇ ਉਸੇ ਦੇ ਉੱਤੇ ਪਿਵਟ ਕਰਦੇ ਹੋਏ ਜੇ ਗੱਲ ਕਰੀਏ, ਜਿਮ ਜਾਰਡਨ ਹੁਣੀ ਤੀਜੀ ਵੋਟ ਵੀ ਹਾਰ ਗਏ ਆ। ਹਾਲ ਦੀ ਘੜੀ ਕੋਈ ਲੱਗ ਨਹੀਂ ਰਿਹਾ ਨਜ਼ਦੀਕ ਵੀ ਹਾਊਸ ਦਾ ਸਪੀਕਰ ਜਲਦੀ ਮਿਲੂਗਾ। ਇੱਕ ਪਹਿਲਾਂ ਇਹਨਾਂ ਨੇ ਚਰਚਾ ਤੋਰੀ ਸੀ ਵੀ ਕਿਉਂ ਨਾ ਜਿਹੜਾ ਸਪੀਕਰ ਪ੍ਰੋ ਟੈਂਪੋਰ ਆ ਉਹਨੂੰ ਵਾਧੂ ਸ਼ਕਤੀਆਂ, ਵਾਧੂ ਤਾਕਤਾਂ ਦੇ ਦਿੱਤੀਆਂ ਜਾਣ। ਉਸ ਦੀ ਕਹਿ ਲਓ ਵੀ ਉਹ ਬੈਕਫਾਇਰ ਕੀਤਾ। ਉਹ ਦੋਨੋਂ ਹੀ ਪਾਰਟੀਆਂ ਦੇ ਵੱਲੋਂ ਉਸ ਦੀ ਕਹਿ ਲਓ ਵੀ ਨਿੰਦਾ ਹੋਈ ਆ। ਸੋ ਤੀਜੀ ਵਾਰੀ ਡੋਨਲਡ ਟਰੰਪ ਹੁਣਾਂ ਦਾ ਐਲਾਈ ਜਿਹੜਾ 6 ਜਨਵਰੀ ਦੇ ਵਿੱਚ ਜੋ ਕੁਝ ਵਾਪਰਿਆ ਉਸ ਦੇ ਉਲਟ ਬੋਲਣ ਤੋਂ ਕਹਿ ਲਓ ਵੀ ਬਾਗੀ ਆ, ਤੇ ਨਾ ਹੀ ਇਹ ਕਹਿੰਦਾ ਆ ਵੀ ਬਾਈਡਨ ਹੁਣੀ ਜਿੱਤੇ ਆ। ਉਹ ਆਪਣੀ ਤੀਜੀ ਵੋਟ ਸਪੀਕਰ ਦੇ ਲਈ ਹਾਰ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਅਜੇ ਕੋਈ ਸਾਈਟ ਐਂਡ ਦੇ ਵਿੱਚ ਨਹੀਂ ਆ ਰਹੀ ਹੈਗੀ। ਕੱਲ ਇਹ ਵੀ ਜਿਹੜੀਆਂ ਚੀਜ਼ਾਂ ਕੁਝ ਰਿਪਬਲਿਕਨ ਪਾਰਟੀ ਦੇ ਲਾਅ ਮੇਕਰਸ ਨੇ ਕਹੀਆਂ ਵੀ ਉਹਨਾਂ ਦੀਆਂ ਘਰ ਵਾਲੀਆਂ ਨੂੰ ਇਹਨਾਂ ਦੇ ਕਈ ਜਿਹੜੇ ਸਮਰਥਕ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਤੁਸੀਂ ਕਿਉਂ ਅੜਿੱਕਾ ਡਾਇਆ ਆ, ਤੁਸੀਂ ਕਿਉਂ ਨਹੀਂ ਕਰ ਰਹੇ। ਉਹਨਾਂ ਨੂੰ ਧਮਕਾਉਣ ਦੀਆਂ ਵੀ ਜਿਹੜੀਆਂ ਉਹ ਕੋਸ਼ਿਸ਼ਾਂ ਕੀਤੀਆਂ ਆ। ਪਹਿਲੀ ਵਾਰੀ ਦੇ ਵਿੱਚ 20 ਵੋਟਾਂ ਉਲਟ ਸੀਗੀਆਂ, ਦੂਜੀ ਵਾਰੀ 22 ਸੀਗੀਆਂ, ਤੇ ਹੁਣ ਜਿਹੜਾ ਵੱਧ ਕੇ 25 ਰਿਪਬਲਿਕਨ ਨੇ ਜਾਰਡਨ ਦੇ ਉਲਟ ਜਿਹੜੀ ਉਹ ਵੋਟ ਪਾ ਦਿੱਤੀ ਹੈਗੀ ਆ। ਤੇ ਲੱਗਦਾ ਇਹ ਆ ਵੀ ਆਂਕੜਾ ਜਿਹੜਾ ਉਹ ਹੌਲੀ ਹੌਲੀ ਇਹਨਾਂ ਦਾ ਓਵਰਆਲ ਜਿਹੜਾ ਸਮਰਥਨ ਦਾ ਘਟ ਰਿਹਾ ਆ, ਤੇ ਜਿਹੜੇ ਉਲਟ ਵਾਲੇ ਆ ਉਸ ਦੇ ਬਾਹਰ ਜਿਹੜਾ ਹੋ ਜਾ ਰਹੇ ਆ। ਕੌਣ ਹੁਣ ਨਵਾਂ ਜਿਹੜਾ ਆ ਸਪੀਕਰ ਦੇ ਲਈ ਮੋਹਰੇ ਆ ਸਕਦਾ ਆ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਮੈਟ ਗੇਟਸ ਜੇ ਉਹ ਸੋਚਦਾ ਸੀ ਵੀ ਸ਼ਾਇਦ ਮੈਂ ਬਣ ਜਾਊਂਗਾ ਸਪੀਕਰ, ਇਹ ਦਾ ਜਿਹੜਾ ਉਹ ਖੇਡ ਕੇ ਮਕਾਰਥੀ ਹੁਣਾਂ ਨੂੰ ਲਾ ਕੇ ਉਹਦਾ ਉਹ ਦਾ ਜਿਹੜਾ ਆ ਉਹ ਪੁੱਠਾ ਪੈਂਦਾ ਨਜ਼ਰ ਆ ਰਿਹਾ। ਮਕਾਰਥੀ ਹੁਣੀ ਕੱਲ ਬੋਲੇ ਆ ਮੈਟ ਗੇਟਸ ਦੇ ਬਾਰੇ, ਕਹਿੰਦੇ ਵੀ ਉਹਨੇ ਚਾਹੇ ਕਾਹਲੀ 'ਚ ਚਾਹੇ ਜਿੱਦਾਂ ਵੀ ਆ ਉਹ ਕੰਮ ਤਾਂ ਕਰ ਦਿੱਤਾ, ਪਰ ਉਹਨੇ ਇਹ ਨਹੀਂ ਦੇਖਿਆ ਵੀ ਇਸ ਤੋਂ ਬਾਅਦ ਦੇ ਵਿੱਚ ਵੇ ਫਾਰਵਰਡ ਕੀ ਆ, ਰਾਹ ਜਿਹੜਾ ਅੱਗੇ ਵਾਲਾ ਕੀ ਇਸ ਦੇ ਵਿੱਚ ਜਿਹੜਾ ਉਹ ਹੋਊਗਾ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਤੇ ਜਿਮ ਜਾਰਡਨ ਹੁਣੀ ਹਾਲ ਦੀ ਘੜੀ ਸਪੀਕਰ ਦੇ ਅਹੁਦੇ ਤੇ ਪਹੁੰਚਣ ਤੋਂ ਥੋੜਾ ਦੂਰ ਹੀ ਨਜ਼ਰ ਆ ਰਹੇ ਨੇ। ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਵਿੱਚ ਯੂਐਨ ਇਸ ਟਾਈਮ ਵਰਕਆਊਟ ਕਰ ਰਹੀ ਆ ਵੀ ਕਿਸ ਤਰ੍ਹਾਂ ਜਿਹੜੀ ਗਾਜ਼ਾ ਨੂੰ ਏਡ ਭੇਜਣੀ ਹੈਗੀ ਆ ਉਹਦੀ ਕਲੈਰੀਫਿਕੇਸ਼ਨ ਦੇ ਲਈ। ਇਜ਼ਰਾਈਲ ਦਾ ਜੋ ਲੈਬਨਾਨ ਬਾਰਡਰ ਦੇ ਲਾਗੇ ਸ਼ਹਿਰ ਹੈਗਾ ਉਸ ਨੂੰ ਉਹਨਾਂ ਨੇ ਇਵੈਕੂਏਟ ਕਰ ਲਿਆ ਆ। ਕਹਿੰਦੇ ਵੀ ਇਹ ਜੰਗ ਹੋਰ ਤੇਜ਼ ਹੋ ਸਕਦੀ ਆ ਹਮਾਸ ਦੇ ਨਾਲ। ਜੋ ਸਾਬਕਾ ਉੱਥੇ ਦੇ ਪ੍ਰਾਈਮ ਮਿਨਿਸਟਰ ਰਹੇ ਆ ਇਜ਼ਰਾਈਲ ਦੇ, ਉਹਨਾਂ ਨੇ ਇਹ ਕਿਹਾ ਵੀ ਬਹੁਤ ਜਲਦੀ ਗਰਾਊਂਡ ਦੇ ਵਿੱਚ ਗਾਜ਼ਾ 'ਚ ਜੋ ਇਜ਼ਰਾਈਲ ਦੀਆਂ ਫੋਰਸਿਸ ਆ ਉਹ ਐਂਟਰ ਕਰ ਜਾਣਗੀਆਂ। US, ਕੈਨੇਡਾ, UK, ਜਰਮਨੀ ਤੇ ਸਾਊਦੀ ਅਰੇਬੀਆ ਨੇ ਆਪਣੇ ਸਾਰੇ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਕਹਿਤਾ ਹੈ ਵੀ ਲੈਬਨਾਨ ਛੱਡ ਕੇ ਵਾਪਸ ਆ ਜਾਓ, ਕਿਉਂਕਿ ਲੈਬਨਾਨ 'ਚ ਵੀ ਜੰਗ ਜਿਹੜੀ ਆ ਇਹ ਛਿੜ ਸਕਦੀ ਆ। ਕਿਉਂਕਿ ਉੱਥੇ ਦਾ ਇੱਕ ਆਰਥੋਡਾਕਸ ਚਰਚ ਆ, ਗ੍ਰੀਕ ਆਰਥੋਡਾਕਸ ਚਰਚ, ਉਹਨਾਂ ਨੇ ਕਿਹਾ ਵੀ ਸਾਨੂੰ ਇਜ਼ਰਾਈਲੀ 에ਅਰ ਸਟ੍ਰਾਈਕ ਨੇ ਹਿੱਟ ਕੀਤਾ ਹੈਗਾ ਤੇ ਸਾਡੀ ਜਿਹੜੀ ਬਿਲਡਿੰਗ ਆ ਪੂਰੀ ਤਰ੍ਹਾਂ ਤਬਾਹ ਹੋ ਗਈ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ, ਮੈਂ ਤੁਹਾਨੂੰ ਦੱਸਿਆ ਹੀ ਆ ਵੀ ਆਲਰੇਡੀ ਫੰਡਿੰਗ ਮੰਗੀ ਹੈਗੀ ਆ। 100 ਦੀ ਗਿਣਤੀ ਦੇ ਵਿੱਚ ਅਮਰੀਕਨ ਜੋ ਆ ਉਹ ਗਾਜ਼ਾ ਸਟ੍ਰਿਪ ਦੇ ਵਿੱਚ ਇਸ ਟਾਈਮ ਸਟਕ ਹੈਗੇ ਆ 600 ਤੋਂ ਵੱਧ, ਤੇ ਉਹ ਸਾਰੇ ਕਹਿ ਰਹੇ ਵੀ ਸਾਨੂੰ ਕੋਈ ਹੈਲਪ ਨਹੀਂ ਮਿਲ ਰਹੀ, ਨਾ ਹੀ ਬਾਈਡਨ ਸਰਕਾਰ ਵੱਲੋਂ ਨਾ ਹੀ ਕਿਸੇ ਹੋਰ ਵੱਲੋਂ, ਵੀ ਕਿਸ ਤਰ੍ਹਾਂ ਉਹਨਾਂ ਨੂੰ ਉੱਥੋਂ ਬਾਹਰ ਕੱਢਣਾ ਹੈਗਾ। ਕਲੀਅਰਲੀ ਉਹਨਾਂ ਨੇ ਅਮੀਰ ਕੌਦ ਕਰਕੇ ਇੱਕ ਪੈਲਸਟੀਨੀਅਨ ਅਮਰੀਕਨ ਆ, ਉਹਨਾਂ ਨੇ ਕਿਹਾ ਅਮਰੀਕਾ ਇਜ਼ ਨਾਟ ਹੈਲਪਿੰਗ ਅਸ, ਬਾਈਡਨ ਇਜ਼ ਨਾਟ ਹੈਲਪਿੰਗ ਅਸ, ਅੰਬੈਸੀ ਇਜ਼ ਨਾਟ ਹੈਲਪਿੰਗ ਅਸ। ਸੋ ਸਾਰੇ ਉੱਥੇ ਕਿਉਂਕਿ ਇੰਨਾ ਜ਼ਿਆਦਾ ਜਿਹੜਾ ਹਫੜਾ ਦਫੜੀ ਮਚੀ ਪਈ ਆ ਬੰਬਾਰਡਮੈਂਟ ਨੂੰ ਲੈ ਕੇ, ਬਹੁਤ ਹੀ ਜ਼ਿਆਦਾ ਲੋਕ ਸਟਕ ਇਸ ਟਾਈਮ ਹੈਗੇ ਆ। ਲੈਬਨਾਨ ਦਾ ਇੱਕੋ ਇੱਕ ਨੈਸ਼ਨਲ ਕੈਰੀਅਰ ਹੈਗਾ, 에ਅਰ ਕੈਰੀਅਰ, ਉਹਨਾਂ ਨੇ ਵੀ ਜਿਹੜੀ ਆਪਣੀਆਂ ਫਲਾਈਟ ਸਾਰੀਆਂ ਬੰਦ ਕਰ ਦਿੱਤੀਆਂ ਹੈਗੀਆਂ। ਜੀ ਬਿਲਕੁਲ, 4000 ਲੋਕਾਂ ਦੇ ਹੁਣ ਤੱਕ ਉੱਥੇ
ਗਾਜ਼ਾ ਪੱਟੀ ਦੇ ਵਿੱਚ ਮਰਨ ਦੀਆਂ ਰਿਪੋਰਟਾਂ ਆ ਰਹੀਆਂ, ਜਿਨ੍ਹਾਂ 'ਚੋਂ ਦੱਸਿਆ ਜਾ ਰਿਹਾ ਵੀ ਅੱਧੇ ਜਿਹੜੇ ਆ ਉਹ ਬੱਚੇ ਆ, ਜਿਹੜੀਆਂ ਇਸ ਟਾਈਮ 에ਅਰ ਸਟ੍ਰਾਈਕਸ ਦੇ ਵਿੱਚ, ਬੰਬਾਰਡਮੈਂਟ ਦੇ ਵਿੱਚ ਉਹ ਮਰ ਰਹੇ ਨੇ। UN ਦੇ ਜਿਹੜੇ ਚੀਫ ਐਂਟੋਨੀਓ ਗੁਟਰਸ ਉਹ ਪਹੁੰਚੇ ਸੀਗੇ ਰਫਾ, ਜਿਹੜੇ ਬਾਰਡਰ ਕ੍ਰਾਸਿੰਗ ਆ ਮਿਸਰ ਤੇ ਗਾਜ਼ਾ ਦੇ ਵਿੱਚ, ਤੇ ਉਹਨਾਂ ਨੇ ਕਿਹਾ ਵੀ ਇਸ ਟਾਈਮ ਜਿਹੜੇ ਪੈਲਸਤੀਨੀ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ, ਨਾ ਉਹਨਾਂ ਕੋਲ ਫੂਡ ਆ, ਨਾ ਮੈਡੀਸਨ ਆ, ਤੇ ਨਾ ਹੀ ਜਿਹੜੀ ਆ ਫਿਊਲ ਹੈਗਾ ਆ। ਕਹਿੰਦੇ ਵੀ ਇਹ ਜਿਹੜੇ ਟਰੱਕ ਆ ਉਹ ਲੈ ਕੇ ਉੱਥੇ ਖੜੇ ਆ, ਪਰ ਉਹ ਅੱਗੇ ਜਿਹੜੇ ਨਹੀਂ ਲੰਘਣ ਦਿੱਤੇ ਜਾ ਰਹੇ ਹੈਗੇ। ਪ੍ਰੈਜ਼ੀਡੈਂਟ ਬਾਈਡਨ ਕਹਿੰਦਾ ਸੀਗਾ ਵੀ 20 ਟਰੱਕ ਪਰਮਿਟ ਕੀਤੇ ਜਾਣਗੇ ਗਾਜ਼ਾ ਪੱਟੀ ਦੇ ਵਿੱਚ ਜਾਣ ਦੇ ਲਈ, ਪਰ ਅਜੇ ਤੱਕ ਇੱਕ ਵੀ ਜਿਹੜਾ ਟਰੱਕ ਆ ਉਹ ਪੈਲਸਤੀਨ ਗਾਜ਼ਾ ਪੱਟੀ ਦੇ ਵਿੱਚ ਪਹੁੰਚਿਆ ਨਹੀਂ ਹੈਗਾ। ਕੱਲ ਪ੍ਰੈਜ਼ੀਡੈਂਟ ਬਾਈਡਨ ਨੇ ਓਵਲ ਆਫਿਸ ਦੇ ਵਿੱਚ ਸਪੀਚ ਜਿਹੜੀ ਉਹ ਦਿੱਤੀ ਸੀ, ਜਿੱਥੇ ਉਹਨਾਂ ਨੇ ਕਾਂਗਰਸ ਤੇ ਅਮਰੀਕਨ ਪਬਲਿਕ ਨੂੰ ਜਿਹੜੀ ਆ ਉਹ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਆਪਾਂ ਯੂਕਰੇਨ ਨੂੰ ਤੇ ਇਜ਼ਰਾਈਲ ਨੂੰ ਦੋਨਾਂ ਨੂੰ ਹੀ ਜਿਹੜੀ ਸਪੋਰਟ ਆ ਉਹ ਕਰਦੇ ਰਹਿਣਾ ਹੈਗਾ ਆ। ਸੋ ਜਿਹੜਾ 105 ਜਾਂ 6 ਮਿਲੀਅਨ ਇਹਨਾਂ ਨੇ ਮੰਗੇ ਆ, ਇਹ ਵਿਦਆਊਟ ਸਪੀਕਰ ਅੱਗੇ ਇੱਕ ਵੀ ਕਦਮ ਜਿਹੜਾ ਉਹ ਨਹੀਂ ਚੁੱਕ ਸਕਦੇ ਹੈਗੇ। ਉਧਰ ਰਿਪੋਰਟ ਇਹ ਵੀ ਆ ਰਹੀਆਂ ਆ ਵੀ ਜਿਹੜੀ IDF ਆ, ਇਜ਼ਰਾਈਲੀ ਡਿਫੈਂਸ ਫੋਰਸਿਸ ਆ, ਉਹ ਗਰਾਊਂਡ ਓਫੈਂਸਿਵ ਦੇ ਲਈ ਪੂਰੀ ਜਿਹੜੀ ਆ ਉਹ ਤਿਆਰੀ ਵਿੱਢੀ ਬੈਠੇ ਹੈਗੇ ਆ। ਜਿੱਦਾਂ ਬਾਰਡਰ ਦੇ ਉਸ ਨੂੰ ਕਰਨਾ, ਖਾਲੀ ਕਰਾਉਣਾ, ਤੇ ਹੋ ਸਕਦਾ ਵੀ ਇਸ ਦੇ ਵਿੱਚ ਜਲਦੀ ਸ਼ੁਰੂਆਤ ਕੀਤੀ ਜਾ ਸਕਦੀ ਆ। ਪਰ ਜੇ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਔਨ ਗਰਾਊਂਡ ਜਾਂਦੀ, ਔਨ ਫੁੱਟ ਜਾਂਦੀ ਆ, ਤੇ ਇਹ ਵੀ ਉਹਨਾਂ ਨੂੰ ਡਰ ਆ ਵੀ ਹਮਾਸ ਦੇ ਲੜਾਕੇ ਬਹੁਤ ਨੇ ਉੱਥੇ, ਤੇ ਉਹ ਉਹਨਾਂ ਦੇ ਹਜ਼ਾਰਾਂ ਹੀ ਫੌਜੀਆਂ ਨੂੰ ਉੱਥੇ ਮੌਤ ਦੇ ਘਾਟ ਜਿਹੜਾ ਉੱਥੇ ਉਤਾਰ ਸਕਦੇ ਆ। ਨੋ ਡਾਊਟ ਓਬਵੀਅਸਲੀ ਉਹ ਵੀ ਮਰਨਗੇ, ਇਹ ਵੀ ਮਰਨਗੇ। ਇਸ ਟਾਈਮ ਮਨੁੱਖਤਾ ਦਾ ਜਿਹੜਾ ਪੂਰਾ ਘਾਣ ਜਿਹੜਾ ਉਹ ਹੋ ਰਿਹਾ ਆ, ਇੰਟਰਨੈਸ਼ਨਲ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਆ। ਆਇਰਲੈਂਡ ਦੇ ਜਿਹੜੇ ਕੁਝ ਲੀਡਰ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਇਜ਼ਰਾਈਲ ਦੇ ਉਲਟ ਜਿਹੜੇ ਆ ਉਹ ਬੋਲੇ ਹੈਗੇ ਆ ਵੀ ਉਹ ਇੰਟਰਨੈਸ਼ਨਲ ਕਾਨੂੰਨਾਂ ਨੂੰ ਬਿਲਕੁਲ ਵੀ ਨਹੀਂ ਮੰਨ ਰਹੇ। ਕਈ ਉਹ ਮਿਨਿਸਟਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਕੈਦ ਕਰਕੇ ਹੀ ਗਾਜ਼ਾ ਪੱਟੀ ਦੇ ਵਿੱਚ ਲੋਕਾਂ ਨੂੰ ਰੱਖਿਆ ਹੈਗਾ ਆ। ਸੋ ਗਾਜ਼ਾ ਦੇ ਵਿੱਚ ਤੇ ਇਜ਼ਰਾਈਲ ਦੇ ਵਿੱਚ ਇਹ ਜਿਹੜੀ ਵਾਰ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ, ਉਹਦੇ ਵਿੱਚ ਮੌਤਾਂ ਦੀ ਸੰਖਿਆ ਦਿਨ ਬ ਦਿਨ ਲਗਾਤਾਰ ਜਿਹੜੀ ਉਹ ਵੱਧਦੀ ਜਾ ਰਹੀ ਆ। ਜੀ ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਸਮਾਪਤ ਆ। ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹਨਾਂ ਦੇ ਬਾਰੇ ਥੋੜਾ ਜਿਹਾ ਦੱਸ ਦਿਓ ਜੀ। ਅਗਲਾ ਜਿਹੜਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਫਿਰ ਨਜ਼ਰੀਆ ਜਿਹੜਾ ਉਹ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ 11:30 ਤੋਂ 1 ਤੋਂ ਲੈ ਕੇ ਤੇ 2:30 ਵਜੇ ਤੱਕ ਕੁਝ ਗੱਲਾਂ, ਕੁਝ ਗੀਤ। 2:30 ਤੋਂ 3 ਦੇ ਵਿੱਚ ਰਿਸ਼ਤੇ ਹੀ ਰਿਸ਼ਤੇ। 3 ਤੋਂ 4 ਵਜੇ ਦੇ ਵਿੱਚ ਵਿਸ਼ੇਸ਼ ਗੱਲਬਾਤ ਜਰਨਲਿਸਟ ਅਵਤਾਰ ਸਿੰਘ ਹੋਣਾ ਦੇ ਨਾਲ ਜਿਹੜੀ ਉਹ ਪੇਸ਼ ਕੀਤੀ ਜਾਊਗੀ। ਇਜ਼ਰਾਈਲ ਤੇ ਜਿਹੜਾ ਹਮਾਸ ਦਾ ਇਹ ਜੋ ਇਸ ਟਾਈਮ ਕੌਨਫਲਿਕਟ ਚੱਲ ਰਿਹਾ ਆ ਉਸ ਨੂੰ ਕੇਂਦਰ ਬਿੰਦੂ ਰੱਖਦੇ ਹੋਏ, ਤੇ ਉਸ ਤੋਂ ਬਾਅਦ ਦੇ ਵਿੱਚ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਦੇ ਵਿੱਚ ਰਹਿਰਾ ਸਾਹਿਬ ਤੋਂ ਉਪਰੰਤ ਜਿਹੜੇ ਸ਼੍ਰੀ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਆ ਉਹ ਚੱਲੇਗੀ। ਅੱਜ ਇਕੱਠੀਆਂ ਜਿਹੜੀਆਂ ਆ ਉਹ 2 ਪਾਰਟਸ ਜਿਹੜੇ ਉਹ ਚਲਾਏ ਜਾਣਗੇ। ਰਹਿਰਾ ਸਾਹਿਬ ਤੋਂ ਉਪਰੰਤ ਤੁਰੰਤ ਬਾਅਦ ਜਿਹੜੀ ਆ ਪੰਥ ਪ੍ਰਕਾਸ਼ ਦੀ ਕਥਾ ਆ ਉਸ ਨੂੰ ਸ਼ੁਰੂ ਜਿਹੜਾ ਉਹ ਕਰ ਦਿੱਤਾ ਜਾਊਗਾ। ਸੋ ਜ਼ਰੂਰ ਉਸ ਨੂੰ ਵੀ ਧਿਆਨ ਹਿੱਤ ਜਿਹੜਾ ਉਹ ਰੱਖਿਓ। ਫਿਰ 8 ਤੋਂ 8:30 ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ, ਤੇ ਉਸ ਤੋਂ ਉਪਰੰਤ ਜਿਹੜਾ ਇਹ ਪ੍ਰੋਗਰਾਮ ਲੈ ਕੇ ਹੋਣਗੇ ਮਸੂਦ ਮੱਲੀ ਜੀ ਹਾਜ਼ਰ। ਕਦੀ ਤੇ ਹੱਸ ਬੋਲ ਗਏ, ਤੇ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅੰਤਾਕਸ਼ਰੀ ਜਿਹੜੀ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਉਸ ਤੋਂ ਖੇਡਿਆ ਜਾਂਦਾ ਹੈ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।